ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨਬਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਤੀਜਾ। ਮੁੰਦੇ ਕੂੜ ਮੁੱਠੀ ਕੂੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 37 ਔਰ 38 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਗੁਰੂ ਬਾਬਾ ਜੀ ਵੱਲੋਂ ਉਪਦੇਸ਼ ਸਾਨੂੰ ਦਿੱਤਾ ਜਾ ਰਿਹਾ ਉਹਦੇ ਵਿੱਚ ਸਤਿਗੁਰੂ ਜੀ ਜੀਵ ਇਸਤਰੀ ਨੂੰ ਸੰਬੋਧਨ ਕਰਦੇ ਨੇ। ਉਹ ਜੀਵ ਇਸਤਰੀ ਜਿਹੜੀ ਕੂੜ ਵਿੱਚ ਫਸੀ ਹੋਈ ਤੇ ਕੂੜ ਦੇ ਰਾਹੀਂ ਠੱਗੀ ਜਾ ਰਹੀ ਹੈ, ਉਸ ਜੀਵ ਇਸਤਰੀ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਅਮਰਦਾਸ ਪਾਤਸ਼ਾਹ ਦੱਸਦੇ ਨੇ ਕਿ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਉਸ ਪ੍ਰੇਮ ਉਹਦੇ ਨਾਲ ਆਪਣਾ ਪ੍ਰੇਮ
ਉਸ ਪ੍ਰਭੂ ਪਰਮੇਸ਼ਵਰ ਪਤੀ ਦੇ ਨਾਲ ਆਪਣਾ ਪਿਆਰ ਜਿਹੜਾ ਉਹਨੂੰ ਬਣਾ, ਕਿਉਂਕਿ ਉਹ ਪਰਮੇਸ਼ਵਰ, ਉਹ ਪ੍ਰਭੂ ਹੀ ਹੈ ਜਿਹੜਾ ਸੱਚਾ ਹੈ, ਔਰ ਉਹ ਪ੍ਰਭੂ ਹੀ ਹੈ ਜਿਹੜਾ ਸੋਹਣਾ ਵੀ ਹੈ, ਸੁੰਦਰ ਵੀ ਹੈ, ਔਰ ਉਹੀ ਪਰਮੇਸ਼ਵਰ ਹੈ ਜਿਹੜਾ ਸਦੀਵ ਸਿਰ ਉੱਤੇ ਰਹਿਣ ਵਾਲਾ ਹੈ, ਸਾਇਆ ਜੀ ਦਾ ਸਿਰ ਉੱਤੇ ਰਹਿਣ ਵਾਲਾ। ਉਹ ਉਸ ਪ੍ਰਭੂ ਨੂੰ, ਉਸ ਪਰਮੇਸ਼ਵਰ ਨੂੰ, ਆਪਣੇ ਉਸ ਪਰਮੇਸ਼ਵਰ ਰੂਪ ਪਤੀ ਨੂੰ, ਉਹਦੇ ਨਾਲ ਆਪਣਾ ਪ੍ਰੇਮ ਬਣਾ ਕੇ ਤੇ ਆਪਣੇ ਜੀਵਨ ਨੂੰ ਜਿਉਣਾ ਕਰ, ਤਾਂ ਜੋ ਕਦੇ ਦੁਹਾਗਣ ਵਾਲਾ ਕਲੰਕ ਮਸਤਕ ਤੇ ਨਾ ਲੱਗੇ, ਸਦੀਵ ਸੁਹਾਗਣ ਬਣ ਕੇ ਆਪਣਾ ਜੀਵਨ ਗੁਜ਼ਾਰੇ, ਔਰ ਪ੍ਰਭੂ ਦਰ ਉੱਤੇ ਸੁਹਾਗਣ ਬਣ ਕੇ ਹੀ ਜਾਵੇਂ, ਉਸ ਪ੍ਰਭੂ ਨਾਲ ਪ੍ਰੇਮ ਬਣਾ ਕੇ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਹਿੰਦੇ ਮੁੰਧੇ ਹੇ ਇਸਤਰੀਏ, ਕੂੜ ਮੁੱਠੀ ਕੂੜਿਆਰ, ਕੂੜ ਦੇ ਵਿੱਚ ਫਸੀ ਹੋਈ, ਕੂੜ ਦੁਆਰਾ ਠੱਗੀ ਹੋਈ ਇਹ ਜੀਵ ਇਸਤਰੀ ਹੈ, ਨਿਤਾ ਪ੍ਰਤੀ ਠੱਗੀ ਜਾ ਰਹੀ, ਕੂੜਿਆਰ ਬਣੀ ਹੋਈ ਹੈ, ਝੂਠ ਦਾ ਸਹਾਰਾ ਲੈ ਕੇ ਕੂੜਿਆਰ ਬਣੀ ਹੋਈ, ਤੇ ਹੈ ਕਿ ਕੂੜ ਮੁੱਠੀ, ਕੂੜ ਦੁਆਰਾ ਹੀ ਠੱਗੀ ਜਾ ਰਹੀ ਹੈ, ਨਿਤਾ ਪ੍ਰਤੀ ਠੱਗੀ ਜਾ ਰਹੀ। ਪਿਰ ਪ੍ਰਭ ਸਾਚਾ ਸੋਹਣਾ, ਉਹ ਪਿਰ ਮਤਲਬ ਖਸਮ, ਪ੍ਰਭ ਪ੍ਰਭੂ, ਸਾਚਾ ਉਹ ਸੱਚਾ ਹੈ, ਸਦੀਵ ਰਹਿਣ ਵਾਲਾ, ਸੋਹਣਾ ਸੋਹਣਾ ਵੀ ਬਹੁਤ ਹੈ। ਪਰ ਨਾਲ ਕਹਿੰਦੇ ਪਾਈ ਹੈ ਗੁਰ ਵਿਚਾਰ, ਉਹਦੀ ਪ੍ਰਾਪਤੀ ਹੁੰਦੀ ਗੁਰੂ ਦੀ ਵਿਚਾਰ ਸਦਕਾ, ਗੁਰੂ ਕੇ ਉਪਦੇਸ਼ ਸਦਕਾ। ਰਹਾਉ ਦੀ ਪੰਕਤੀ ਦੇ ਆਖਰੀ ਅਰਥ ਜੋ ਸਤਿਗੁਰੂ ਜੀ ਦੇ ਰਹੇ ਨੇ, ਕਹਿੰਦੇ ਵੀ ਜੀਵ ਇਸਤਰੀਏ ਤੂੰ ਝੂਠੀ ਬਣ ਕੇ ਝੂਠ ਦੇ ਰਾਹੀਂ ਠੱਗੀ ਜਾ ਰਹੀ ਹੈ, ਝੂਠੀ ਬਣੀ ਹੋਈ ਹੈ, ਠੱਗੀ ਗਈ ਤੇ ਝੂਠੀ ਹੋਈ ਰਹਿ ਗਈ ਨਾ। ਜਿੰਨੇ ਝੂਠ ਦੇ ਆਸਰੇ ਤੇ ਜਿਉਣਾ, ਝੂਠ ਦੇ ਸਹਾਰੇ ਤੇ ਜੀਵਨ ਬਤੀਤ ਕਰਨਾ, ਤੇ ਝੂਠ ਦੇ ਵਿੱਚ ਹੀ ਸਦਾ ਮਸਤ ਰਹਿਣਾ, ਉਹ ਤੇ ਹੈ ਹੀ ਝੂਠੀ। ਤੇ ਕਹਿੰਦੇ ਹੇ ਜੀਵ ਇਸਤਰੀਏ ਤੂੰ ਖਿਆਲ ਰੱਖ, ਪਿਰ ਪ੍ਰਭ ਸਾਚਾ, ਕਿਉਂਕਿ ਇਹ ਕੂੜ ਚ ਫਸੀ ਹੋਈ ਹੈ, ਇਹਨੂੰ ਹੁਣ ਕੂੜ ਚੋਂ ਕੱਢ ਕੇ, ਝੂਠ ਚੋਂ ਕੱਢ ਕੇ ਸੱਚ ਵਾਲੇ ਪਾਸੇ ਲੈ ਕੇ ਜਾਣਾ। ਸਤਿਗੁਰੂ ਕਹਿੰਦੇ ਪਿਰ ਪ੍ਰਭ ਸਾਚਾ ਸੋਹਣਾ, ਪਿਰ ਪ੍ਰਭੂ ਜਿਹੜਾ ਉਹ ਸੱਚਾ ਵੀ ਹੈ ਤੇ ਸੋਹਣਾ ਵੀ ਹੈ। ਪਰ ਇੱਕ ਖਿਆਲ ਰੱਖ ਭਲੀਏ ਜੀਵ ਇਸਤਰੀਏ, ਕਿ ਉਹ ਪਰਮੇਸ਼ਵਰ ਜਿਹੜਾ ਸੋਹਣਾ ਤੇ ਸੱਚਾ ਹੈ ਨਾ, ਉਹ ਮਿਲਦਾ ਗੁਰੂ ਦੀ ਵਿਚਾਰ ਸਦਕਾ ਹੈ, ਗੁਰੂ ਕੇ ਉਪਦੇਸ਼ ਸਦਕਾ ਹੈ। ਹੁਣ ਸਤਿਗੁਰੂ ਜੀ ਦੀ ਬਾਣੀ ਪੜੋ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਜਿੱਥੇ ਮਾਲਕ ਜੀ ਸਾਨੂੰ ਉਪਦੇਸ਼ ਦਿੰਦਿਆਂ ਆਖਦੇ ਨੇ, ਇਆਨੜੀਏ ਮਾਨੜਾ ਕਾਏ ਕਰੈ, ਆਪਣੇੜੇ ਘਰ ਹਰ ਰੰਗੋ ਕੀ ਨਾ ਮਾਣੇ, ਸ਼ਾਹ ਨੇੜੈ ਧਨ ਕਮਲੀਏ, ਬਾਹਰ ਕਿਆ ਢੂੰਡੇ, ਭੈ ਕੀਆਂ ਦੇ ਸਲਾਈਆਂ, ਨੈਣੀ ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਐ ਜਾਂ ਸ਼ਹ ਧਰੇ ਪਿਆਰੋ, ਇਆਣੀ ਬਾਲੀ ਕਿਆ ਕਰੇ, ਜਾ ਧਨ ਕੰਤ ਨਾ ਭਾਵੈ। ਹੁਣ ਇਹਦੇ ਵਿੱਚ ਸਤਿਗੁਰੂ ਜੀ ਉਸੇ ਜੀਵ ਇਸਤਰੀ ਦਾ ਜ਼ਿਕਰ ਕਰ ਰਹੇ ਜਿਹੜੀ ਇਆਨੜੀ ਬਣ ਕੇ ਬੈਠੀ ਹੋਈ, ਇਆਣੀ ਠੱਗੀ ਜਾ ਰਹੀ, ਲੁੱਟੀ ਜਾ ਰਹੀ ਹੈ। ਇਆਣੀ ਬਾਲੀ ਕਿਆ ਕਰੇ, ਜਾ ਧਨ ਕੰਤ ਨਾ ਭਾਵੈ। ਉੱਥੇ ਹੁਣ ਇਆਣੀ ਬਾਲੀ, ਉਹ ਬਾਲਿਕਾ ਕੀ ਕਰੇਗੀ, ਉਹ ਇਸਤਰੀ ਕੀ ਕਰੇਗੀ, ਜਾ ਧਨ
ਕੰਤ ਨਾ ਭਾਵੈ। ਜਦੋਂ ਇਸਤਰੀ ਉਹ ਜੀਵ ਰੂਪ ਇਸਤਰੀ ਪਰਮੇਸ਼ਵਰ ਰੂਪੀ ਕੰਤ ਨੂੰ ਚੰਗੀ ਨਾ ਲੱਗੀ। ਗੱਲ ਤੇ ਉਸ ਪਰਮੇਸ਼ਵਰ ਨੂੰ ਚੰਗਿਆਂ ਲੱਗਣ ਦੀ ਹੈ। ਇਹ ਕਿਉਂਕਿ ਜੇ ਤੇ ਅਸੀਂ ਰੱਬ ਦੀ ਬਾਤ ਕਰਾਂਗੇ, ਰੱਬ ਤੇ ਹੈ ਹੀ ਚੰਗਾ, ਪਰਮੇਸ਼ਵਰ ਤੇ ਹੈ ਹੀ ਸੋਹਣਾ, ਪਰਮੇਸ਼ਵਰ ਜੀ ਤੇ ਹੈ ਹੀ ਸੁੰਦਰ ਨੇ, ਉਹ ਸੱਚੇ ਵੀ ਨੇ, ਉਹ ਤੇ ਭਾ ਹੀ ਜਾਣਗੇ। ਉਹਨਾਂ ਨੇ ਤੇ ਭਾ ਹੀ ਜਾਣਾ ਹੈ। ਬਾਤ ਹੈ ਕਿ ਇਹ ਜੀਵ ਇਸਤਰੀ ਉਹਦੇ ਭਾਉਣ ਦੇ ਲਾਇਕ ਹੈ? ਕਿ ਇਹ ਜੀਵ ਇਸਤਰੀ ਉਹਨੂੰ ਚੰਗੀ ਲੱਗੇਗੀ? ਕਿ ਇਹ ਜੀਵ ਇਸਤਰੀ ਉਸ ਪਰਮੇਸ਼ਵਰ ਨੂੰ ਭਾਏਗੀ? ਜੇ ਤੇ ਇਹ ਜੀਵ ਇਸਤਰੀ ਭਾ ਜਾਏ ਫਿਰ ਤੇ ਰੱਬ ਦੇ ਦਰ ਤੇ ਪ੍ਰਵਾਨੀ ਗਈ। ਜੇ ਇਹ ਜੀਵ ਇਸਤਰੀ ਉਸ ਪਰਮੇਸ਼ਵਰ ਨੂੰ ਭਾ ਜਾਏ, ਇਹ ਚੰਗੀ ਲੱਗ ਜਾਏ, ਫਿਰ ਤੇ ਪ੍ਰਵਾਨੀ ਗਈ, ਫਿਰ ਤੇ ਸਾਰੀ ਖੇਡ ਹੀ ਬਣ ਗਈ, ਫਿਰ ਤੇ ਜੀਵਨ ਸਫਲ ਹੈ। ਕਿਉਂ? ਜਿਸ ਕਾਰਨ ਕਰਕੇ ਆਏ ਸਾਂ ਉਹ ਕਾਰਨ ਹੋ ਗਿਆ, ਜਿਸ ਕਾਰਜ ਕਰਕੇ ਆਏ ਸਾਂ ਉਹ ਕਾਰਜ ਬਣ ਗਿਆ। ਆਏ ਤੇ ਰੱਬ ਨੂੰ ਹੀ ਮਿਲਣ ਸਾਂ, ਮਿਲ ਗਏ ਉਹਨੂੰ, ਸਾਰਾ ਖੇਡ ਬਣ ਗਿਆ ਫਿਰ ਤੇ। ਪਰ ਸਾਹਿਬ ਕਹਿੰਦੇ ਵੀ ਨਹੀਂ, ਇਹ ਅਜੇ ਜੀਵ ਇਸਤਰੀ ਨੂੰ ਜਿਹੜੀ ਹੈ ਨਾ ਇਸ ਕਾਬਲ ਬਣੀ ਨਹੀਂ ਕਿ ਇਹ ਰੱਬ ਨੂੰ ਭਾ ਜਾਏ, ਰੱਬ ਨੂੰ ਚੰਗੀ ਲੱਗ ਜਾਏ। ਕਾਰਨ ਕੀ ਹੈ? ਕਿਉਂਕਿ ਅਜੇ ਤੱਕ ਇਹਨੂੰ ਰੱਬ ਦੀ ਰਜ਼ਾ ਵਿੱਚ ਰਹਿਣਾ ਨਹੀਂ ਆਇਆ। ਇਹਨੂੰ ਰੱਬ ਦੀ ਰਜ਼ਾ ਵਿੱਚ ਰਹਿਣਾ ਨਹੀਂ ਆਇਆ, ਰੱਬ ਦੇ ਅਨੁਸਾਰੀ ਚੱਲਣਾ ਨਹੀਂ ਆਇਆ। ਜੇ ਰੱਬ ਅਨੁਸਾਰੀ ਚੱਲਣਾ ਆ ਜਾਂਦਾ ਤੇ ਭਾ ਜਾਂਦੀ। ਤੇ ਮਾਲਕ ਜੀ ਨਾ ਪਾਵਨ ਬਾਣੀ 'ਚ ਜ਼ਿਕਰ ਕਰਦੇ ਆ, ਆਖਦੇ ਨੇ ਵੀ ਤੁਸੀਂ ਜਾ ਕਰਕੇ ਉਹਨਾਂ ਗੁਰਮੁਖ ਇਸਤਰੀਆਂ ਨੂੰ, ਉਹਨਾਂ ਸੁਹਾਗਣਾ ਨੂੰ ਪੁੱਛੀਏ ਵੀ ਤੁਸੀਂ ਦੱਸੋ ਭਾਈ, ਉਹ ਜਿਹੜਾ ਪਿਰ ਸੱਚਾ ਤੇ ਸੋਹਣਾ ਹੈ, ਜੇ ਉਹਨੂੰ ਮਿਲਣਾ ਹੋਵੇ ਤੇ ਕਿਵੇਂ ਮਿਲੀਦਾ? ਤੇ ਜਵਾਬ ਪਤਾ ਕੀ ਮਿਲਦਾ? ਸਤਿਗੁਰੂ ਕਹਿੰਦੇ ਸ਼ਾਹ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ। ਇਸ ਤਰੀਕੇ ਦੇ ਨਾਲ ਉਹ ਪਰਮੇਸ਼ਵਰ ਨੂੰ ਜੀਵ ਇਸਤਰੀ ਭਾ ਜਾਂਦੀ ਹੈ ਕਿ ਜੋ ਉਸ ਸਾਹਿਬ ਨੇ ਕਹਿਤਾ, ਸ਼ਾਹ ਕਹੈ, ਪਤੀ ਕਹਿ ਰਿਹਾ, ਸੋ ਕੀਜੈ, ਉਹ ਕਰ, ਤਨ ਮਨੋ ਦੀਜੈ, ਆਪਣਾ ਤਨ ਤੇ ਆਪਣਾ ਮਨ ਦੇ ਦੇ। ਐਸਾ ਪਰਮਲ ਲਾਈਐ, ਆਪਣੇ ਤਨ ਤੇ ਆ ਸੁਗੰਧੀ ਲਾ ਕਿ ਤੇਰੇ ਜੀਵਨ ਵਿੱਚੋਂ, ਤੇਰੇ ਆਚਰਣ ਵਿੱਚੋਂ ਸੁਗੰਧੀ ਆਵੇ, ਸਰੀਰ ਵਿੱਚੋਂ ਨਹੀਂ। ਤੇ ਸਾਡੀ ਹਾਲਤ ਕੀ? ਸਾਡੇ ਸਰੀਰ ਵਿੱਚੋਂ ਤੇ ਸੁਗੰਧੀਆਂ ਆਉਂਦੀਆਂ ਨੇ, ਖਿਮਾ ਕਰਿਓ ਲਫ਼ਜ਼ ਵਰਤ ਰਿਆਂ, ਸਾਰੇ ਨਹੀਂ, ਪਰ ਬਹੁਤਾਤ ਆਚਰਣ ਵਿੱਚੋਂ ਬਦਬੂ ਹੀ ਆਉਂਦੀ ਹੈ। ਆਚਰਣ ਵਿੱਚੋਂ ਸੁਗੰਧੀ ਥੋੜੀ ਆਈ ਹੈ। ਤੇ ਸੁਗੰਧੀ ਦਾ ਤਨ ਇਉਂ ਕਹਿ ਸਕਦੇ ਆ ਵੀ ਇਹ ਉਹ ਫੁੱਲ ਹੈ ਜਿਹੜਾ ਕਾਗਜ਼ ਦਾ ਬਣਾਇਆ ਤੇ ਉਹਦੇ ਉੱਤੇ ਪਰਫਿਊਮ ਛਿੜਕ ਕੇ, ਉਹਦੇ ਉੱਤੇ ਅਤਰ ਦਾ ਛਿੜਕਾ ਕਰਕੇ ਤੇ ਬਸ ਇੱਕ ਵਾਰੀ ਭਰਮਾਇਆ ਜਾ ਰਿਹਾ ਕਿ ਇਸ ਫੁੱਲ ਵਿੱਚੋਂ ਸੁਗੰਧੀ ਆ ਰਹੀ ਹੈ। ਜੇ ਕੱਲੇ ਕਾਇਆਂ ਦੀ ਗੱਲ ਕਰਾਂਗੇ, ਜੇ ਕੱਲੀ ਕਾਇਆਂ ਨੂੰ ਸਵਾਰਨ ਦੀ ਗੱਲ ਕਰਾਂਗੇ ਤੇ ਕਾਇਆਂ ਨੂੰ ਅਸੀਂ ਬਹੁਤ ਸਵਾਰ ਕੇ ਰੱਖਿਆ, ਸਰੀਰ ਤੇ ਬਹੁਤ ਸਵਾਰਿਆ ਅਸੀਂ, ਕਾਇਆਂ ਤੇ ਬੜੀ ਸਵਾਰੀ ਹੈ। ਪਰ ਸਾਹਿਬ ਜੀ ਨੇ ਅੱਜ ਆਪਣੇ ਜੀਵਨ ਨੂੰ ਸਵਾਰਨ ਦੀ ਗੱਲ ਕੀਤੀ ਹੈ, ਕਿਉਂਕਿ ਅਸੀਂ ਝੂਠ ਦੇ ਸਹਾਰੇ ਝੂਠੇ ਬਣ ਗਏ ਤੇ ਝੂਠੇ ਬਣ ਕੇ ਝੂਠ ਰਾਹੀਂ ਨਿਤਾ ਪ੍ਰਤੀ ਠੱਗੇ ਜਾ ਰਹੇ ਆ। ਉਹ ਝੂਠ ਲੁੱਟੀ ਜਾਂਦਾ ਹੈ ਔਰ ਨਿਤਾ ਪ੍ਰਤੀ ਲੁੱਟੇ ਜਾ ਰਹੇ ਆ। ਨਾ ਪਿਰ ਖਸਮ ਨੂੰ ਚੇਤੇ ਕੀਤਾ,
ਨਾ ਉਹ ਪਿਰ ਖਸਮ ਨੂੰ ਭਾਏ ਤੇ ਨਾ ਹੀ ਉਸ ਦਰ ਤੇ ਪ੍ਰਵਾਨਗੀ ਮਿਲੀ। ਸਤਿਗੁਰੂ ਕਹਿੰਦੇ ਸਾਰਾ ਕੁਝ ਤਿਆਗ ਦੇ। ਇਉਂ ਕਹਿ ਲਈਏ ਵੀ ਮਾਲਕ ਪਾਤਸ਼ਾਹ ਨੇ ਸਾਨੂੰ ਸਭ ਕੁਝ ਛੱਡਣ ਨੂੰ ਕਹਿਤਾ। ਛੱਡ ਦੇ ਕਹਿੰਦੇ, ਤੇਰੀ ਜੋ ਵਿਚਾਰਧਾਰਾ ਉਹ ਵੀ ਛੱਡ ਦੇ, ਤੇਰੇ ਜਿੰਨੇ ਕਰਮ ਨੇ ਉਹ ਵੀ ਛੱਡ ਦੇ, ਭਾਵੇਂ ਧਰਮ ਦੇ ਹੀ ਨੇ ਛੱਡ ਦੇ, ਸਾਰੇ ਛੱਡ ਦੇ। ਇੱਕ ਕੰਮ ਕਰ, ਸਿਰਫ ਇੱਕੋ ਕੰਮ ਕਰਨਾ, ਅਗਲਾ ਪਿਛਲਾ ਕੁਝ ਨਹੀਂ ਵਿਚਾਰਨਾ, ਤੂੰ ਕੀ ਕੀਤਾ ਕੀ ਨਹੀਂ ਕੀਤਾ ਕੁਝ ਨਹੀਂ ਵਿਚਾਰਨਾ, ਸਾਰਾ ਕੁਝ ਤਿਆਗ ਦੇ। ਬਸ ਗੁਰੂ ਕੀ ਵਿਚਾਰਧਾਰਾ ਸੁਣ ਕੇ ਅਪਣਾਉਣਾ ਸ਼ੁਰੂ ਕਰ ਲਾ, ਬਾਕੀ ਸਭ ਕੁਝ ਛੱਡ ਦੇ। ਅਸੀਂ ਕਹਿੰਦੇ ਆ ਨਾ ਜੀ ਕੀ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ। ਜਿਵੇਂ ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਲਈਏ ਵੀ ਬੱਚੇ ਨੂੰ ਸਕੂਲ ਵਿੱਚ ਪਾਇਆ ਤੇ ਉਹਨੂੰ ਅਗਲੀ ਕਲਾਸ 'ਚ ਗਿਆ, ਉਹ ਸੋਚਦਾ ਵੀ ਹੁਣ ਐਗਜ਼ਾਮ ਵਿੱਚ ਕਰਾਂਗਾ ਕੀ, ਪੇਪਰ 'ਚ ਕੀ ਕਰਾਂਗਾ। ਫਿਰ ਇੱਕ ਸਿਆਣੇ ਅਧਿਆਪਕ ਰਾਹੀਂ ਉਹਨੂੰ ਕਿਹਾ ਜਾਵੇ ਵੀ ਤੂੰ ਸਾਰਾ ਕੁਝ ਛੱਡ ਦੇ। ਜ਼ਿਆਦਾਤਰ ਨਾ ਜਦੋਂ ਐਗਜ਼ਾਮਸ ਨੇੜੇ ਆ ਜਾਂਦੇ ਤੇ ਉਦੋਂ ਟੀਚਰਸ ਦੁਆਰਾ ਇਹ ਜਿਹੜੀ ਸਲਾਹ ਮਸ਼ਵਰਾ ਇਹ ਦਿੱਤਾ ਜਾਂਦਾ, ਜੋ ਅਸੀਂ ਕਰਵਾ ਰਹੇ ਹਾਂ ਬਸ ਉਹ ਕਰ ਲਓ, ਬਾਕੀ ਛੱਡ ਦਿਓ। ਜਿੰਨਾ ਅਸੀਂ ਕਰਵਾ ਰਹੇ ਹਾਂ ਓਨਾ ਕੁ ਕਰ ਲਓ, ਬਾਕੀ ਛੱਡ ਦਿਓ। ਜਿਹੜਾ ਤੇ ਸਿਆਣਾ ਹੁੰਦਾ ਉਹ ਤੇ ਓਨਾ ਕੁ ਕਰ ਲੈਂਦਾ। ਚਲ ਬਾਕੀ ਆਪਣੀ ਮੱਤ ਹੈ ਵੀ ਉਹ ਵੀ ਕਰ ਲਿਆ, ਅਗਾਂਹ ਹੋਰ ਕਰਨ ਦੀ ਕੋਸ਼ਿਸ਼ ਕੀਤੀ, ਉਹ ਇੱਕ ਅਲੱਗ ਪੱਖ। ਪਰ ਜੋ ਅਧਿਆਪਕ ਕਵੇ ਉਹਨੂੰ ਛੱਡ ਕੇ ਦੂਜਾ ਕਰਦੇ ਰਹਿਣਾ, ਇਹਨੂੰ ਕਹਿੰਦੇ ਮੂਰਖਤਾਈ। ਅਧਿਆਪਕ ਨੇ ਜੋ ਕਿਹਾ ਉਹਨੇ ਸਾਫ਼ ਸਪਸ਼ਟ ਲਫ਼ਜ਼ ਵਰਤੇ ਵੀ ਜੋ ਅਸੀਂ ਕਹਿ ਰਹੇ ਹਾਂ ਉਹ ਕਰੋ, ਬਾਕੀ ਛੱਡ ਦਿਓ। ਤੇ ਅਸੀਂ ਮੂਰਖ ਹੀ ਆਖਾਂਗੇ ਨਾ ਵੀ ਅਧਿਆਪਕ ਕਹਿ ਰਿਹਾ ਵੀ ਜੋ ਅਸੀਂ ਕਹਿ ਰਹੇ ਹਾਂ ਉਹ ਕਰ ਲਓ, ਤੁਹਾਡਾ ਐਗਜ਼ਾਮ ਸੁਖਾਲਾ ਹੋ ਜਾਏਗਾ। ਤੇ ਉਹ ਮੂਰਖ ਹੀ ਹੋਏਗਾ ਜਿਹੜਾ ਕਹੇਗਾ ਵੀ ਨਹੀਂ ਮੈਂ ਅਧਿਆਪਕ ਦੀ ਨਹੀਂ ਮੰਨਦਾ, ਮੈਂ ਤੇ ਆਪਣੀ ਮਰਜ਼ੀ ਕਰਾਂਗਾ। ਉਹਨੂੰ ਅਸੀਂ ਸਿਆਣਾ ਕਵਾਂਗੇ ਜਿਹੜਾ ਅਧਿਆਪਕ ਅਨੁਸਾਰੀ ਚੱਲ ਕੇ ਉਦੋਂ ਵਧੇਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਯਤਨ ਕਰ ਰਿਹਾ, ਉਹਨੂੰ ਅਸੀਂ ਸਿਆਣਾ ਸੂਝਵਾਨ ਕਵਾਂਗੇ ਵੀ ਬੜਾ ਸਿਆਣਾ ਹੈ। ਇਹਨੇ ਅਧਿਆਪਕ ਦਾ ਕਿਹਾ ਹੋਇਆ ਵੀ ਕੀਤਾ ਤੇ ਅਗਾਂਹ ਹੋਰ ਵੀ ਯਤਨ ਕੀਤਾ ਕਿ ਮੈਂ ਉਹ ਵੀ ਕਰ ਲਾਂ ਜੋ ਮੈਨੂੰ ਹੋਰ ਜ਼ਰੂਰਤ ਹੈ, ਉਹਨੇ ਉਹ ਵੀ ਕਰਨ ਦੀ, ਉਹ ਸਿਆਣਾ। ਤੇ ਸਤਿਗੁਰੂ ਜੀ ਨੇ ਨਾ ਆਹੀ ਪੱਖ ਅੱਜ ਸਾਨੂੰ ਸਮਝਾਇਆ ਕਿ ਤੂੰ ਸਾਰਾ ਕੁਝ ਛੱਡ ਦੇ, ਉਹ ਕਰ ਜੋ ਤੈਨੂੰ ਗੁਰੂ ਕਹਿ ਰਿਹਾ, ਉਹ ਕਰ। ਉਸ ਵਿਚਾਰਧਾਰਾ ਨੂੰ ਅਪਣਾ ਜਿਹੜੀ ਵਿਚਾਰਧਾਰਾ ਤੈਨੂੰ ਗੁਰੂ ਦੇ ਰਹੇ ਨੇ, ਬਾਕੀ ਛੱਡ ਦੇ। ਫਿਰ ਇੰਨਾ ਕਿਤੇ ਸਿਆਣਾ ਵਿਦਿਆਰਥੀ, ਕਿਉਂਕਿ ਜਦੋਂ ਨਾ ਅਧਿਆਪਕ ਦੁਆਰਾ ਸਮਝਾਇਆ ਜਾਂਦਾ, ਪੜ੍ਹਾਇਆ ਜਾਂਦਾ, ਤੇ ਅਧਿਆਪਕ ਇੱਕ ਲਫ਼ਜ਼ ਜ਼ਰੂਰ ਵਰਤਦਾ ਹੈ ਕਿ ਫਾਰਮੂਲਾਜ਼ ਚੇਤੇ ਰੱਖਣੇ ਨੇ, ਨਾ ਕਿ ਰਟਾ ਮਾਰਨਾ। ਸਿਰਫ ਤਰੀਕਾ ਚੇਤੇ ਰੱਖਣਾ। ਤਰੀਕਾ ਕੀ ਹੈ? ਉਸੇ ਸਟੇਟਮੈਂਟ ਤੇ ਪੱਕਿਆਂ ਹੋ ਕੇ ਨਹੀਂ ਰਹਿ ਜਾਣਾ, ਸਿਰਫ ਤਰੀਕਾ ਤੁਹਾਨੂੰ ਆਉਣਾ ਚਾਹੀਦਾ। ਜਦੋਂ ਤਰੀਕਾ ਆ ਜਾਂਦਾ ਹੈ ਫਿਰ ਸਟੇਟਮੈਂਟ ਕੋਈ ਹੋਵੇ ਸੋਲੂਸ਼ਨ ਮਿਲ ਜਾਂਦਾ ਹੈ, ਕਿਉਂਕਿ ਤਰੀਕਾ ਕੋਲੇ ਹੈ। ਤੇ ਜੇ ਤਰੀਕਾ ਕੋਲੇ ਨਹੀਂ, ਉਹੀ ਸਟੇਟਮੈਂਟ ਦਾ ਸੋਲੂਸ਼ਨ ਹੋਏਗਾ ਜਿਹੜੀ ਪੜ੍ਹੀ ਸੀ, ਦੂਜੀ ਦਾ ਕੋਈ ਸੋਲੂਸ਼ਨ ਨਹੀਂ। ਗੁਰੂ ਤਰੀਕਾ ਦੱਸਦਾ ਹੈ। ਤੇ ਜੇ ਗੁਰੂ ਕੀ ਵਿਚਾਰਧਾਰਾ ਅਪਣਾ ਲਈ ਜਾਏ, ਸਟੇਟਮੈਂਟ ਕੋਈ ਹੋਵੇ, ਤਰੀਕਾ ਆਉਣਾ ਚਾਹੀਦਾ।
ਅਸਥਾਨ ਕੋਈ ਹੋਵੇ ਤਰੀਕਾ ਹੋਣਾ ਚਾਹੀਦਾ, ਜਗ੍ਹਾ ਕੋਈ ਹੋਵੇ ਤਰੀਕਾ ਹੋਣਾ ਚਾਹੀਦਾ, ਹਾਲਾਤ ਕੋਈ ਹੋਣ ਤਰੀਕਾ ਹੋਣਾ ਚਾਹੀਦਾ। ਨਹੀਂ ਤੇ ਹਾਲਾਤਾਂ ਮੁਤਾਬਕ ਜਾਂ ਅਸਥਾਨਾਂ ਮੁਤਾਬਕ ਜਿਉਣ ਦਾ ਤਰੀਕਾ ਬਦਲ ਜਾਂਦਾ, ਸੋਲਿਊਸ਼ਨ ਨਹੀਂ ਰਹਿ ਜਾਂਦਾ। ਜਿਵੇਂ ਬਹੁਤ ਖੁਸ਼ੀ ਦਾ ਵੇਲਾ ਆਇਆ, ਸਾਡੇ ਕੋਲ ਤਰੀਕਾ ਨਹੀਂ ਸੀ, ਸਾਡੇ ਕੋਲੋਂ ਨੇਮ ਹੀ ਰਹਿ ਗਿਆ। ਅਸੀਂ ਜੀ ਹਫੜਾ ਦਫੜੀ ਚ ਸਾਂ, ਕੋਈ ਗੱਲ ਨਹੀਂ। ਸਾਡੇ ਕੋਲ ਤਰੀਕਾ ਨਹੀਂ ਸੀ, ਦੁੱਖ ਦਾ ਵੇਲਾ ਆ ਗਿਆ, ਅਸੀਂ ਤੇ ਉਦਾਸੀ ਚ ਬੈਠੇ ਸਾਂ, ਨੇਮ ਫਿਰ ਰਹਿ ਗਿਆ, ਕਿਉਂਕਿ ਤਰੀਕਾ ਨਹੀਂ। ਤੇ ਜੇ ਤਰੀਕਾ ਹੁੰਦਾ ਫਿਰ ਹਾਲਾਤ ਜੋ ਮਰਜ਼ੀ ਕਹਿਣ, ਪਰ ਮੈਂ ਆਪਣਾ ਨੇਮ ਨਹੀਂ ਵਿਸਾਰਦਾ। ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਮੈਂ ਆਪਣੇ ਉਸ ਨੇਮ ਨੂੰ ਨਹੀਂ ਭੁਲਾਉਂਦਾ ਜਿਹੜਾ ਉਹ ਤਰੀਕਾ ਮੇਰੇ ਗੁਰੂ ਨੇ ਮੈਨੂੰ ਦੱਸਿਆ। ਮੈਂ ਤਰੀਕੇ ਅਨੁਸਾਰੀ ਹਾਂ, ਪਰ ਨਹੀਂ, ਅਸੀਂ ਹਾਲਾਤਾਂ ਅਨੁਸਾਰੀ ਹਾਂ, ਅਸੀਂ ਸਟੇਟਮੈਂਟ ਅਨੁਸਾਰੀ ਹਾਂ, ਸਾਡੇ ਕੋਲ ਤਰੀਕਾ ਨਹੀਂ ਹੈ। ਤੇ ਅੱਜ ਸਤਿਗੁਰੂ ਜੀ ਨੇ ਸਪਸ਼ਟ ਲਫ਼ਜ਼ ਵਰਤੇ, ਕਹਿੰਦੇ ਉਹ ਜਿਹੜਾ ਸੋਹਣਾ ਨਾ ਪ੍ਰਭੂ ਸੱਚਾ ਜਿਹੜਾ ਉਹ ਪਾਈਐ ਪ੍ਰਾਪਤ ਹੋ ਜਾਂਦਾ, ਉਹ ਪਾ ਲਈਦਾ। ਪਰ ਪਾਈਦਾ ਕਿਵੇਂ ਹੈ? ਗੁਰ ਵਿਚਾਰ, ਗੁਰੂ ਦੀ ਵਿਚਾਰ ਸਦਕਾ। ਸਤਿਗੁਰੂ ਜੀ ਨੇ ਐਵੇਂ ਲਫ਼ਜ਼ ਨਹੀਂ ਵਰਤੇ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਜਿਹਨੂੰ ਪ੍ਰਾਪਤ ਜੇ ਕਰਨਾ ਨਾ, ਤੇ ਆਪਣੇ ਜੀਵਨ 'ਚ ਇਹ ਗੁਣ ਅਪਣਾ ਲਾ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਆ ਗੁਣ ਅਪਣਾ ਲਾ ਆਪਣੇ ਜੀਵਨ ਵਿੱਚ, ਵੀ ਗੁਰੂ ਜੋ ਕਹਿ ਰਿਹਾ ਨਾ ਉਹ ਸਿਰ ਮੱਥੇ ਹੀ ਹੈ, ਕੋਈ ਕਿੰਤੂ ਨਹੀਂ, ਕੋਈ ਪਰੰਤੂ ਨਹੀਂ, ਕੁਝ ਨਹੀਂ। ਸਤਿਗੁਰੂ ਜੀ ਨੇ ਆਖਤਾ ਤੇ ਸਤ ਵਚਨ ਕਰਕੇ ਹੱਥ ਜੋੜ ਦੇਣੇ। ਗੁਰੂ ਨੇ ਕਹਿ ਦਿੱਤਾ ਤੇ ਸਤ ਵਚਨ ਕਰਕੇ ਮੰਨ ਲੈਣਾ। ਜਿਹੜਾ ਗੁਰੂ ਹੁਕਮ ਕਰ ਰਿਹਾ ਨਾ, ਚੇਤਾ ਇੰਨਾ ਕੁ ਰੱਖੀਏ, ਆਪਣੇ ਮਨਾਂ 'ਚ ਵਿਸ਼ਵਾਸ ਇੰਨਾ ਕੁ ਰੱਖੀਏ, ਉਹ ਕਰਨ ਦਾ ਬਲ ਵੀ ਦੇਗਾ, ਉਹ ਤਾਕਤ ਵੀ ਦੇ। ਭਰੋਸਾ ਤੇ ਰੱਖੀਏ, ਟਰਸਟ ਤੇ ਕਰੀਏ, ਅਸੀਂ ਵਿਸ਼ਵਾਸ ਤੇ ਕਰੀਏ ਵੀ ਸਤਿਗੁਰੂ ਤੁਸੀਂ ਸਾਨੂੰ ਆਹ ਕੰਮ ਕਰਨ ਲਈ ਆਖਿਆ, ਮੈਂ ਸਤ ਵਚਨ ਕਰਦਾ, ਮੰਨਦਾ ਮੈਂ। ਪਰ ਇੰਨਾ ਕੁ ਬਲ ਦੇਈ ਕਿ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਕਰਮ ਕਰਵਾ ਲਈ, ਆਪੇ ਕਰਵਾ ਲਈ। ਬਲ ਤੇ ਉਸੇ ਨਹੀਂ ਦੇਣਾ, ਤਾਕਤ ਉਸੇ ਨਹੀਂ ਦੇਣੀ ਹੈ। ਇਥੋਂ ਤੱਕ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਮਨੁੱਖਾ ਜੇ ਤੂੰ ਗਾਉਣਾ ਵੀ ਹੈ ਨਾ ਤੇ ਉਹਦੀ ਵਡਿਆਈ ਕਰਦਾ ਵੀ ਹੈ, ਤੇ ਤੇਰੇ ਕੋਲ ਉਹਦੀ ਵਡਿਆਈ ਕਰਨ ਦੀ ਤਾਕਤ ਨਹੀਂ ਹੈ, ਤੈਨੂੰ ਉਹ ਤਾਕਤ ਦਿੰਦਾ ਤਾਂ ਤੂੰ ਉਹਦੀ ਵਡਿਆਈ ਨੂੰ ਗਾਉਣਾ। ਹੁਣ ਇਹ ਤੋਂ ਵੱਧ ਕੇ ਹੋਰ ਕੀ ਹੋ ਸਕਦਾ? ਸਾਡੇ ਕੋਲ ਤੇ ਉਹਨੂੰ ਗਾਉਣ ਦੀ ਵੀ ਤਾਕਤ ਨਹੀਂ ਹੈ, ਉਹਨੂੰ ਵਡਿਆਉਣ ਦੀ ਵੀ ਸਮਰੱਥਾ ਨਹੀਂ ਹੈ। ਉਹ ਜਿੰਨਾ ਕੁ ਬਲ ਦੇਈ ਜਾਂਦਾ ਹੈ, ਜਿੰਨੀ ਕੁ ਵਡਿਆਉਣ ਦੀ ਤਾਕਤ ਦੇਈ ਜਾਂਦਾ ਹੈ, ਉਹਨਾਂ ਕੁ ਅਸੀਂ ਵਡਿਆਈ ਜਾਂਦੇ ਹਾਂ, ਉਹਨਾਂ ਕੁ ਉਹਦੀ ਸ਼ੋਭਾ ਕਰੀ ਜਾਂਦੇ ਹਾਂ। ਤੇ ਕਿਉਂ ਨਾ ਫਿਰ ਗੁਰੂ ਅਨੁਸਾਰੀ ਹੋ ਕੇ ਚੱਲੀਏ ਤੇ ਮਾਲਕ ਤੇ ਵਿਸ਼ਵਾਸ ਰੱਖ ਕੇ, ਭਰੋਸਾ ਰੱਖ ਕੇ ਚੱਲੀਏ ਵੀ ਸਤਿਗੁਰੂ ਜੀ ਜੇ ਤੁਸੀਂ ਆਖਿਆ ਹੈ ਤੇ ਮੈਂ ਸਤ ਵਚਨ ਕਰਕੇ ਮੰਨਦਾ, ਪਰ ਮਾਲਕਾ ਕਿਰਪਾ ਕਰੀ, ਆਪ ਹੀ ਰਹਿਮਤ ਕਰਕੇ ਆਪਣਾ ਕਾਰਜ ਆਪੇ ਹੀ ਸਵਾਰ ਲਈ। ਤੇ ਕੀ ਉਹ ਕਾਰਜ ਨਹੀਂ ਸਵਾਰੇਗਾ? ਜਦੋਂ ਅਰਦਾਸ ਦੀ ਬਾਤ ਆਉਂਦੀ ਹੈ ਤੇ ਅਰਦਾਸ ਅਸੀਂ ਇਸੇ ਕਰਕੇ ਹੀ ਕਰਦੇ ਹਾਂ। ਅਰਦਾਸ ਦਾ ਮਤਲਬ ਕੀ ਹੈ? ਇਹੋ ਕਾਰਨ ਹੈ ਅਰਦਾਸ ਕਰਨ ਦਾ ਵੀ ਮੈਂ ਰੱਬ ਜੀ ਤੁਹਾਡੇ ਅੱਗੇ ਅਰਜ਼ ਗੁਜ਼ਾਰ ਰਿਹਾ, ਮੇਰੇ ਕੋਲ ਪਾਇਆ ਨਹੀਂ, ਤੁਸੀਂ ਕਰਨਾ ਹੈ। ਅਰਦਾਸ ਦਾ
ਹੋਰ ਮਤਲਬ ਨਹੀਂ ਹੈ। ਅਰਦਾਸ ਦਾ ਮਤਲਬ ਹੀ ਇਹ ਹੈ ਵੀ ਮੈਂ ਆਪਾ ਸਮਰਪਿਤ ਕਰ ਰਿਹਾ, ਮੇਰੇ ਕੋਲ ਸਮਰੱਥਾ ਨਹੀਂ, ਤੁਸੀਂ ਆਪ ਕਾਰਜ ਸਵਾਰਨਾ, ਤੁਸੀਂ ਆਪ ਸਹਾਇਕ ਹੋਣਾ। ਅਸੀਂ ਕੋਈ ਵੀ ਕਰਮ ਕਰਦੇ ਆ, ਸਤਿਗੁਰੂ ਜੀ ਸਹਾਇਕ ਹੋਣਾ, ਹਰ ਕਾਰਜ ਵਿੱਚ ਸਹਾਇਤਾ ਕਰਨੀ, ਹਰ ਕਾਰਜ ਨੂੰ ਆਪ ਨੇਪਰੇ ਚਾੜਨਾ। ਇੱਥੋਂ ਤੱਕ ਕਾਰਜ ਕਰਦੇ ਆ ਅਸੀਂ, ਇੱਥੋਂ ਤੱਕ ਵੀ ਕਹਿੰਦੇ ਆ ਮਾਲਕ ਜੀ ਰਹਿੰਦੇ ਕਾਰਜ ਵੀ ਆਪ ਜੀ ਨੇ ਸਵਾਰਨੇ, ਜਿਹੜੇ ਪਹਿਲੋਂ ਸਵਾਰੇ ਬਾਕੀ ਰਹਿੰਦੇ ਆਪ ਜੀ ਨੇ ਸਵਾਰਨੇ ਨੇ। ਪਾਈਆ ਗੁਰ ਵਿਚਾਰ, ਗੁਰੂ ਕੀ ਵਿਚਾਰਧਾਰਾ ਨੂੰ ਜਦੋਂ ਅਪਣਾ ਲਾਂਗੇ ਨਾ, ਫਿਰ ਉਹ ਪਰਮੇਸ਼ਵਰ ਜਿਹੜਾ ਸੱਚਾ ਤੇ ਸੋਹਣਾ ਹੈ, ਫਿਰ ਕਿਤੇ ਜਾ ਕੇ ਉਹਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤੇ ਇਹ ਜੀਵ ਇਸਤਰੀ ਉਸ ਮਾਇਆ ਮਮਤਾ ਮੋਹਣੀ ਦੁਆਰਾ ਠੱਗੀ ਜਾ ਰਹੀ ਹੈ, ਜਿਹਨੂੰ ਰੱਬ ਜੀ ਨੇ ਆਪ ਠੱਗ ਬੂਟੀ ਬਣਾ ਕੇ ਤੇ ਸੰਸਾਰ ਨੂੰ ਲਾਇਆ ਹੋਇਆ, ਔਰ ਇਹ ਲੁੱਟੀ ਜਾ ਰਹੀ, ਦਿਨ ਰਾਤ ਲੁੱਟ ਰਹੀ ਹੈ, ਔਰ ਹਰ ਬੰਦਾ ਇਹਦੇ ਹੱਥੋਂ ਲੁੱਟਿਆ ਜਾ ਰਿਹਾ। ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ। ਤੇ ਇਹ ਕੀ ਕਰ ਰਹੀ ਹੈ? ਇਹ ਸਾਰੀ ਦੀ ਸਾਰੀ ਖੇਡ ਨੇ ਕੀ ਕੀਤਾ ਹੋਇਆ? ਜਿਨ ਏਤ ਭਰਮ ਭੁਲਾਇਆ, ਸਾਰੀ ਦੀ ਸਾਰੀ ਨੇ ਭਰਮ ਵਿੱਚ ਪਾ ਕੇ ਤੇ ਭੁਲਾਇਆ ਹੋਇਆ, ਔਰ ਹਰ ਬੰਦਾ ਭੁੱਲਿਆ ਹੋਇਆ ਹੈ। ਕਿਹੜਾ ਹੈ ਜਿਹੜਾ ਇਹਦੇ ਮਗਰ ਨਹੀਂ ਦੌੜਿਆ? ਕਿਉਂ, ਕੌਣ ਹੈ ਜਿਹੜਾ ਨਹੀਂ ਦੌੜਿਆ? ਕੋਈ ਵੈਰਾਗੀ, ਕੋਈ ਜੋਗੀ, ਕੋਈ ਕਿਸੇ ਦੀ ਵੀ ਬਾਤ ਕਰ ਲੋ, ਕੌਣ ਹੈ ਜਿਹੜਾ ਇਹਦੇ ਮਗਰ ਨਹੀਂ ਦੌੜਿਆ? ਬਸ ਰੂਪ ਬਦਲ ਜਾਂਦਾ ਹੈ, ਸਿਰਫ ਇੱਕ ਆਕਾਰ ਤਬਦੀਲ ਹੋ ਜਾਂਦਾ, ਇੱਕ ਤਰੀਕਾ ਬਦਲ ਜਾਂਦਾ ਹੈ, ਦੌੜਨ ਦਾ ਢੰਗ ਬਦਲ ਜਾਂਦਾ ਹੈ, ਹੋਰ ਕੁਝ ਵੀ ਨਹੀਂ। ਹਰ ਬੰਦੇ ਨੇ ਆਪਣਾ ਆਪਾ ਮਾਇਆ ਪਿੱਛੇ ਦੌੜਾਇਆ ਹੈ। ਬਸ ਕੋਈ ਚੰਦ ਟਕੇ ਜਿਹੜੇ ਜਿਨ੍ਹਾਂ ਨੂੰ ਅਸੀਂ ਰੁਪਈਏ ਕਹਿੰਦੇ ਆ, ਉਹਨਾਂ ਪਿੱਛੇ ਦੌੜਿਆ ਫਿਰਦਾ ਹੈ, ਕੋਈ ਪਦਾਰਥਾਂ ਪਿੱਛੇ ਦੌੜਿਆ ਫਿਰਦਾ ਹੈ, ਕੋਈ ਭੋਜਨ ਪਿੱਛੇ ਦੌੜਿਆ ਫਿਰਦਾ ਹੈ, ਕੋਈ ਵਸਤਰਾਂ ਪਿੱਛੇ ਭੱਜਿਆ ਫਿਰਦਾ ਹੈ ਤੇ ਮਾਇਆ ਦਾ ਹੀ ਰੂਪ ਹੈ। ਕੋਈ ਔਲਾਦ ਪਿੱਛੇ ਭੱਜਿਆ ਫਿਰਦਾ, ਕੋਈ ਰਿਧੀਆਂ ਸਿੱਧੀਆਂ ਪਿੱਛੇ ਭੱਜਿਆ ਫਿਰਦਾ, ਆਪਣੇ ਆਪਣੇ ਅਨੁਸਾਰੀ ਸਾਰੀ ਮਾਇਆ ਤੇ ਹੈ, ਮੋਹਣੀ ਹੈ। ਤੇ ਇਹਦੇ ਮਗਰ ਲੱਗ ਕੇ ਸਾਰੇ ਦੇ ਸਾਰੇ ਜੀਵ ਭਰਮੇ ਹੋਏ, ਭਰਮ ਵਿੱਚ ਪਏ ਹੋਏ, ਤੇ ਇਹ ਭਰਮਾ ਕੇ ਨਾ ਵਰਗਲਾ ਕੇ ਠੱਗੀ ਜਾਂਦੀ। ਠੱਗ ਦਾ ਕੰਮ ਕੀ ਹੈ? ਆਪਣੀਆਂ ਗੱਲਾਂ ਵਿੱਚ ਲਿਆ ਕੇ ਠੱਗ ਕੇ ਲੈ ਜਾਣਾ। ਔਰ ਠੱਗ ਹਨੇਰੇ 'ਚ ਨਹੀਂ ਪੈਂਦੇ, ਉਹਨਾਂ ਦਾ ਜਿੱਥੇ ਦਾਅ ਲੱਗ ਗਿਆ ਉੱਥੇ ਹੀ ਲੈ ਜਾਣਾ ਅਗਲਿਆਂ ਨੇ। ਲੁਟੇਰੇ ਚੋਰ ਪੈਣਗੇ ਉਹਨਾਂ ਥਾਵਾਂ ਤੇ ਜਿੰਨਾ ਥਾਵਾਂ ਤੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਕਿਸੇ ਨੇ ਬਚਾਉਣਾ ਨਹੀਂ। ਠੱਗ ਤੇ ਸਾਰਿਆਂ ਦੇ ਵਿੱਚ ਬੈਠਾ ਲੁੱਟ ਕੇ ਲੈ ਜਾਂਦਾ। ਔਰ ਇੰਨੀ ਕੁ ਸਫਾਈ ਦੇ ਨਾਲ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਵੀ ਇਹ ਸਾਨੂੰ ਲੁੱਟਣ ਆਇਆ। ਉਹਦੀਆਂ ਗੱਲਾਂ, ਉਹਦੀਆਂ ਵਿਚਾਰਾਂ, ਉਹਦੇ ਦਿੱਤੇ ਹੋਏ ਸਾਰੇ ਉਦਾਹਰਣ, ਔਰ ਜਿੰਨੇ ਉਹਨੇ ਸਾਡੇ ਸਾਹਮਣੇ ਸਾਨੂੰ ਸੁਪਨੇ ਦਿਖਾਏ ਹੋਣਗੇ ਨਾ, ਸਾਨੂੰ ਇਉਂ ਲੱਗੇਗਾ ਵੀ ਲੈ ਤੇ ਕੱਲ ਹੀ ਸੱਚੇ ਹੋ ਜਾਣੇ। ਅਗਲਾ ਮਿੰਟ ਮਾਰਦਾ ਹੈ, ਠੱਗ ਕਿਉਂ ਜਾਂਦਾ? ਤੇ ਮਾਇਆ ਕੀ ਕਰਦੀ? ਸਾਨੂੰ ਸੁਪਨੇ ਹੀ ਵਿਖਾਉਂਦੀ ਹੈ, ਅਸੀਂ ਵੇਖੀ ਜਾਂਦੇ ਹਾਂ। ਬੜੇ ਵੇਖੇ, ਜੇ ਪੈਸਾ ਹੋਵੇ, ਜੇ ਹਾਲਾਤ ਇਦਾਂ ਦੇ ਬਣ ਜਾਣ, ਧਨ ਹੋਵੇ, ਮੈਂ ਉਹ ਵੀ ਕਰਦੇ ਆ, ਉਹ ਵੀ ਕਰਦੇ ਆ। ਉਹਨਾਂ ਨੇ ਸੁਪਨੇ ਦਿਖਾਏ, ਅਸੀਂ ਠੱਗੇ ਗਏ, ਦੌੜ ਪਏ ਮਗਰ ਮਗਰ, ਚੱਲ ਚੱਲੀਏ ਹੁਣ। ਸਤਿਗੁਰੂ ਜੀ ਨੇ ਆਖਿਆ ਵੀ ਝੂਠ ਵਿੱਚ ਠੱਗੀ ਨਾ ਜਾ ਜੀਵ ਇਸਤਰੀਏ, ਸਗੋਂ ਉਸ ਪਿਰ ਸੱਚੇ ਦਾ ਸਹਾਰਾ ਲੈ। ਉਹ ਠੱਗਦਾ ਨਹੀਂ, ਉਹ ਠੱਗੇ ਜਾਂਦਿਆਂ ਨੂੰ ਬਚਾਉਂਦਾ ਹੈ। ਉਹ ਲੁੱਟਿਆ ਨਹੀਂ ਜਾਂਦਾ, ਉਹ ਲੁੱਟੇ ਜਾਂਦਿਆਂ ਨੂੰ ਰੱਖਦਾ ਹੈ।
ਉਹ ਪਰਮੇਸ਼ਵਰ ਰਖਵਾਲਾ ਬਣਦਾ ਹੈ। ਜਦੋਂ ਉਹ ਠੱਗੇ ਜਾਂਦੇ ਹੋਏ ਜੀਵ ਨੂੰ ਵੇਖਦਾ ਹੈ ਤੇ ਠੱਗਿਆ ਜਾਂਦਾ ਕਿਤੇ ਇੱਕ ਵਾਰੀ ਰੱਬ ਨੂੰ ਪੁਕਾਰ ਲਏ ਨਾ, ਉਹ ਰਖਵਾਲਾ ਬਣ ਕੇ ਬਹਿ ਜਾਂਦਾ ਵੀ ਇਹਨੂੰ ਨਹੀਂ ਮੈਂ ਲੁੱਟਣ ਦੇਣਾ, ਤੂੰ ਕਿਸੇ ਹੋਰ ਪਾਸੇ ਜਾ। ਫਿਰ ਸਤਿਗੁਰੂ ਕਹਿੰਦੇ ਪਰ ਉਹ ਪਰਮੇਸ਼ਵਰ ਉਦੋਂ ਆ ਕੇ ਰਖਵਾਲਾ ਬਣਦਾ ਜਦੋਂ ਅਸੀਂ ਗੁਰੂ ਕੇ ਉਪਦੇਸ਼ ਨੂੰ, ਗੁਰੂ ਕੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾ ਲਈਦਾ। ਰਹਾਉ ਦੀ ਪੰਕਤੀ ਵਿੱਚ ਸਾਹਿਬ ਕਹਿ ਰਹੇ, ਮੁੰਧੇ ਕੂੜ ਮੁੱਠੀ ਕੂੜਿਆਰ, ਫਿਰ ਪ੍ਰਭ ਸਾਚਾ ਸੋਹਣਾ, ਪਾਈਐ ਗੁਰ ਵਿਚਾਰ। ਮਿਲ ਜਾਂਦਾ ਹੈ ਉਹ, ਪਰ ਗੁਰੂ ਕੀ ਵਿਚਾਰ ਸਦਕਾ। ਸੁਣ ਸੁਣ ਕਾਮ ਗਹਿਲੀਏ, ਕਿਆ ਚੱਲਹਿ ਬਾਹਾਂ ਲੁਡਾਏ, ਆਪਣਾ ਪਿਰ ਨਾ ਪਛਾਣਹੀ, ਕਿਆ ਮੋਹ ਦੇਸੈ ਜਾਏ, ਜਿਨੀ ਸਖੀ ਕੰਤ ਪਛਾਣਿਆ, ਹੋ ਤਿਨ ਕੈ ਲਾਗੋ ਪਾਏ, ਤਿਨਹੀ ਜੈਸੀ ਥੀ ਰਹਾ, ਸਤ ਸੰਗਤ ਮੇਲ ਮਿਲਾਏ। ਸੁਣ ਸੁਣ ਕਾਮ ਗਹੇਲੀਏ, ਹੇ ਕਾਮ ਵਿੱਚ ਗਹੀ ਹੋਈ ਜੀਵ ਇਸਤਰੀਏ, ਕਾਮ ਦੁਆਰਾ ਗਹੀਏ ਹੋਈਏ, ਫੜੀਏ ਹੋਈਏ। ਤੈਨੂੰ ਕਾਮ ਨੇ ਫੜਿਆ ਹੋਇਆ, ਮਤਲਬ ਕਾਮਨਾਵਾਂ ਨੇ, ਤੇਰੀਆਂ ਇੱਛਾਵਾਂ ਨੇ, ਤੇਰੀਆਂ ਵਾਸ਼ਨਾਵਾਂ ਨੇ ਤੈਨੂੰ ਫੜਿਆ ਹੋਇਆ। ਤੂੰ ਗ੍ਰਸੀ ਪਈ ਹੈ ਵਿੱਚ, ਗਹੇਲੀ ਮਤਲਬ ਗ੍ਰਸੀ ਹੋਈ, ਮਸਤ ਹੋਈ ਹੋਈ। ਹੇ ਜੀਵ ਇਸਤਰੀਏ, ਤੂੰ ਕਾਮ ਵਾਸ਼ਨਾ ਔਰ ਕਾਮਨਾਵਾਂ ਦੇ ਵਿੱਚ ਗ੍ਰਸੀ ਹੋਈ ਹੈ। ਤੇ ਗ੍ਰਸੀ ਹੋਈ ਕੀ ਕਰਦੀ? ਚੱਲੇ ਬਾਂਹ ਲੁੜਾਏ, ਐ ਬਾਹਾਂ ਖਿਲਾਰ ਖਿਲਾਰ ਕੇ ਤੁਰਦੀ। ਬਾਹਾਂ ਖਿਲਾਰ ਕੇ ਤੁਰਨਾ ਮਤਲਬ ਟੇਢੀ ਚਾਲ ਚੱਲਣਾ। ਟੇਢੀ ਚਾਲ ਚੱਲਣਾ ਮਤਲਬ ਸੌਖਾ ਜਿਹਾ ਠੇਠ ਪੰਜਾਬੀ ਚ ਲਫ਼ਜ਼ ਵਰਤ ਤੇ ਆਕੜ ਕੇ ਤੁਰਨਾ। ਗੁਰੂ ਸਾਹਿਬ ਕਹਿੰਦੇ ਵੀ ਦੱਸ, ਜੇ ਤੇਰੀ ਅਸਲੀਅਤ ਵੇਖੀ ਜਾਏ ਹੈ ਤੇ ਤੂੰ ਫਸੀ ਹੋਈ ਕਾਮਨਾਵਾਂ ਚ। ਕਿਆ ਕਹਿੰਦੇ ਦੱਸ ਕੀ ਕਰ ਰਹੀ ਹੈ? ਚੱਲੇ ਬਾਂਹ ਲੁੜਾਏ, ਕਿਹੜੀਆਂ ਕਿਉਂ ਬਾਹਾਂ ਉਲਾਰ ਉਲਾਰ ਕੇ ਤੁਰੀ ਜਾਨੀ ਹੈ? ਕੈਦੀ ਵੀ ਕਦੇ ਬਾਹਾਂ ਉਲਾਰ ਕੇ ਚੱਲਦੇ ਨੇ? ਸੰਗਲਾਂ ਨੇ ਜਕੜਿਆ ਹੋਵੇ, ਬੇੜੀਆਂ ਤੈਨੂੰ ਪਈਆਂ ਹੋਣ, ਤੇ ਕਿਹੜਾ ਕੈਦੀ ਹੈ ਬੇੜੀਆਂ ਪੈਣ ਉੱਤੇ ਜਾਂ ਬਿਲਕੁਲ ਕੈਦ ਵਿੱਚ ਫਸਿਆ ਹੋਇਆ ਤੇ ਆਕੜ ਕੇ ਤੁਰੇ, ਹੰਕਾਰ ਚ ਤੁਰੇ? ਇੱਥੇ ਹੰਕਾਰ ਦੀ ਗੱਲ ਹੈ। ਕੈਦੀ ਤੇ ਆਪਣੇ ਗੁਨਾਹਾਂ ਕਰਕੇ ਆਪਣਾ ਸਿਰ ਤਾਂ ਚੁੱਕਣ ਨੂੰ ਨਹੀਂ ਤਿਆਰ, ਉਹਨੂੰ ਪਤਾ ਵੀ ਮੇਰੇ ਗੁਨਾਹ ਹੀ ਐਸੇ ਨੇ। ਜਿਹੜਾ ਗੁਨਾਹਗਾਰ ਹੋਵੇ, ਗੁਨਾਹਾਂ ਦੇ ਵਿੱਚ ਫਸਿਆ ਹੋਵੇ, ਔਰ ਉਹ ਗੁਨਾਹਾਂ ਵਿੱਚ ਫਸਿਆ ਹੋਇਆ ਤੇ ਮੂੰਹ ਚੁੱਕਣ ਨੂੰ ਨਹੀਂ ਆਪਣਾ ਕਰ ਸਕਦਾ, ਉਹ ਮੂੰਹ ਵੀ ਉਤਾਂ ਨਹੀਂ ਚੁੱਕ ਸਕਦਾ, ਨਜ਼ਰਾਂ ਨਹੀਂ ਉਤਾਂ ਚੁੱਕ ਸਕਦਾ ਕਿਸੇ ਸਾਹਮਣੇ। ਤੇ ਸਤਿਗੁਰੂ ਕਹਿੰਦੇ ਵੀ ਜਦੋਂ ਮੈਂ ਤੇਰੇ ਵੱਲ ਵੇਖਾਂ ਤੇ ਮੈਨੂੰ ਹੈਰਾਨਗੀ ਹੁੰਦੀ ਵੀ ਕੰਮ ਤੇ ਤੇਰੇ ਵੀ ਕੋਈ ਬਹੁਤੇ ਭਲੇ ਨਹੀਂ, ਕੰਮ ਤੇਰੇ ਵੀ ਕੋਈ ਬਹੁਤੇ ਭਲੇ ਨਹੀਂ। ਤੂੰ ਵੀ ਫਸੀ ਹੋਈ ਹੈ ਕਾਮਨਾਵਾਂ ਵਿੱਚ, ਕੈਦ ਹੈ ਤੂੰ, ਤੈਨੂੰ ਵੀ ਬੇੜੀਆਂ ਪਈਆਂ ਹੋਈਆਂ ਕਾਮਨਾਵਾਂ ਦੀਆਂ, ਤੇਰੀਆਂ ਇੱਛਾਵਾਂ ਦੀਆਂ। ਨਿਤ ਨਵੀਂ ਬੇੜੀ ਇੱਛਾ ਦੀ ਆ ਕੇ ਗਲ 'ਚ ਪੈਂਦੀ ਹੈ, ਨਿਤ ਨਵੀਂ ਬੇੜੀ ਆ ਕੇ ਪੈਰਾਂ ਵਿੱਚ ਪੈ ਜਾਂਦੀ, ਨਿਤ ਨਵੀਂ ਬੇੜੀ ਆ ਕੇ ਹੱਥਾਂ ਵਿੱਚ ਪੈ ਜਾਂਦੀ। ਤੂੰ ਆਕੜੀ ਜਾਨੀ ਹੈ ਵੀ ਜੀਵ ਇਸਤਰੀਏ ਖਿਆਲ ਤੇ ਕਰ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੇ ਬਾਹ ਲੁੜਾਏ। ਫਿਰ ਤੂੰ ਬਾਹਾਂ ਉਲਾਰੂ ਐ ਖੋਲ ਖੋਲ ਕੇ ਆਕੜ ਆਕੜ ਕੇ ਤੁਰਦੀ ਐ ਤੂੰ। ਸਤਿਗੁਰੂ ਜੀ ਆਖਦੇ ਨਾ, ਟੇਢੀ ਪਾਗ, ਟੇਢੇ ਚਾਲ,
ਲਾਗੇ ਵੀਰੇ ਖਾਨ ਤੂੰ ਕਹਿ ਰਿਹਾ ਮੈਂ ਬਹੁਤ ਸੁੰਦਰ ਵੀਰ ਖਾਨ ਆ, ਟੇਢਾ ਟੇਢਾ ਤੁਰਿਆ ਫਿਰਦੇ ਆਕੜ ਕੇ। ਉੱਥੇ ਟੇਢੇ ਦਾ ਮਤਲਬ ਆਕੜ ਕੇ ਤੁਰਨਾ, ਜਿਹਨੂੰ ਸਤਿਗੁਰੂ ਕਹਿੰਦੇ ਚਲਤ ਕਤ ਟੇਢੇ ਟੇਢੇ ਟੇਢੇ। ਵੀ ਕਿਉਂ ਐਵੇਂ ਟੇਢਾ ਹੋਇਆ ਤੁਰਿਆ ਜਾਣਾ? ਆਪਣੇ ਵੱਲ ਝਾਤ ਤੇ ਮਾਰ ਕੇ ਵੇਖ, ਲਪਟਿਆ ਤੇ ਦੁਰਗੰਧ ਜੀ ਹੈ ਨਾ, ਬਿਸ਼ਟਾ ਹੀ ਲਪੇਟੀ ਹੋਈ ਹੈ ਉੱਤੇ, ਬਸ ਬਿਸ਼ਟਾ ਦੇ ਦੁਰਗੰਧ ਦਾ ਵਿਹੜਿਆ ਹੋਇਆ। ਤੇਰੇ ਉੱਤੇ ਉਸ ਰੱਬ ਨੇ ਇੱਕ ਚੰਮ ਦਾ ਕਵਰ ਪਾਇਆ, ਇਹ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਤੇ ਤੂੰ ਇਸੇ ਕਰਕੇ ਹੀ ਆਕੜੀ ਜਾਂਦਾ ਵੀ ਤੇਰੇ ਵਰਗੀ ਕਾਇਆ ਕਿਸੇ ਦੀ ਨਹੀਂ। ਮਾੜਾ ਜਾ ਸੁਚੇਤ ਹੋ ਕੇ ਸਿੱਧਾ ਹੋ ਕੇ ਤੇ ਵੇਖ, ਹੈ ਸਾਰੇ ਹੀ ਤੇਰੇ ਵਰਗੇ, ਬਸ ਉੱਪਰਲਾ ਚੰਮ ਦਾ ਪੇਪਰ ਵੱਖਰਾ ਜਿਹਾ ਹੈ ਸਾਰੇ ਹੀ ਤੇਰੇ ਵਰਗੇ। ਸਾਰਿਆਂ ਦੇ ਅੰਦਰ ਅਸਤ, ਸਾਰਿਆਂ ਦੇ ਅੰਦਰ ਮਿੱਝ, ਸਾਰਿਆਂ ਦੇ ਅੰਦਰ ਮਾਸਪੇਸ਼ੀਆਂ, ਉਹੀ ਰਕਤ। ਕੀ ਫਰਕ ਹੈ? ਬਾਬਾ ਕਬੀਰ ਜੀ ਨੇ ਐਵੇਂ ਨਹੀਂ ਸੀ ਆਖਿਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਇੱਥੇ ਸਬੂਤ ਪੇਸ਼ ਕਰ, ਤੇਰੇ ਤੇ ਮੇਰੇ ਚ ਫਰਕ ਕੀ ਹੈ? ਰੱਖ ਇੱਥੇ ਪ੍ਰੂਫ। ਆ ਜਾ ਤੂੰ ਵੀ ਆਪਣੀ ਉਂਗਲ ਤੇ ਟੱਕ ਮਾਰ ਤੇ ਮੈਂ ਵੀ ਮਾਰਦਾ। ਤੂੰ ਵੀ ਆਪਣੀ ਸਰੀਰ ਵਿੱਚੋਂ ਵਿਖਾ ਦੁੱਧ ਨਿਕਲਦਾ ਕਿ ਤੇ ਮੇਰੇ ਸਰੀਰ ਚੋਂ ਲਹੂ ਨਿਕਲਦਾ। ਜੇ ਤੇ ਫਿਰ ਤੇਰੇ ਸਰੀਰ ਚੋਂ ਦੁੱਧ ਨਿਕਲਿਆ, ਮੈਂ ਤੇਰੇ ਅੱਗੇ ਝੁਕ ਜਾਵਾਂਗਾ। ਜੇ ਤੇ ਦੁੱਧ ਨਿਕਲਿਆ ਆ ਤੇਰੇ ਸਰੀਰ ਚੋਂ, ਮੈਂ ਮੰਨ ਲਾਂਗਾ ਕਿ ਤੂੰ ਵਾਕਈ ਉੱਚੀ ਜਾਤੀ ਦਾ। ਪਰ ਜੇ ਤੇਰੇ ਵਿੱਚੋਂ ਵੀ ਲਹੂ ਨਿਕਲ ਆਇਆ ਨਾ, ਫਿਰ ਫਰਕ ਦੱਸ ਕੀ ਹੈ? ਹੈ ਤੇ ਸਾਰੇ ਇੱਕੋ ਜਿਹੇ ਹੀ ਹੈ ਨਾ, ਬਣਤਰ ਸਾਰਿਆਂ ਦੀ ਇੱਕੋ ਜਿਹੀ ਹੈ। ਬਣੇ ਉਹੀ ਪਾਣੀ ਦੀਆਂ ਬੂੰਦਾਂ ਤੋਂ ਸਾਰੇ ਜੀਵ, ਚਾਹੇ ਜਾਨਵਰਾਂ ਦੀ ਗੱਲ ਕਰ ਲਓ, ਚਾਹੇ ਪਸ਼ੂਆਂ ਦੀ, ਪੰਛੀਆਂ ਦੀ ਗੱਲ ਕਰ ਲਓ। ਤਰੀਕਾ ਵੀ ਇੱਕੋ ਹੀ ਹੈ, ਮਾਤਾ ਪਿਤਾ ਦਾ ਸੁਮੇਲ। ਸਤਿਗੁਰੂ ਕਹਿੰਦੇ ਕਿਆ ਚੱਲੇ ਬਾਂਹ ਲੁੜਾਏ, ਕਿਉਂ ਐਵੇਂ ਬਾਹਾਂ ਖਿਲਾਰੀਆਂ ਤੂੰ? ਹਉਮੈ ਦੀ ਤੋਰ ਵਿੱਚ ਤੁਰੀ ਤੇ ਅੱਜ ਜਾਨੀ ਐ, ਪਰ ਤੇਰਾ ਤੁਰਨਾ ਤੇਰੇ ਲਈ ਭਲਾ ਨਹੀਂ। ਬੇੜੀਆਂ ਵਿੱਚ ਜਕੜੀ ਹੋਈਆਂ ਆਜ਼ਾਦ ਹੋ ਜਾਂਦੀ, ਫਿਰ ਤੁਰੀ ਜਾਂਦੀ ਤੇ ਭਲੀ ਲੱਗਦੀ। ਇਸੇ ਕਰਕੇ ਬਾਬਾ ਕਬੀਰ ਜੀ ਨੇ ਜ਼ਿਕਰ ਕਰਦਿਆਂ ਆਖਿਆ, ਕਬੀਰ ਗਰਬ ਨਾ ਕੀਜੀਐ, ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤਨ, ਤੇ ਫੁਨ ਧਰਨੀ ਗਾੜ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜ ਹੂੰ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਕਬੀਰ ਗਰਬ ਨਾ ਕੀਜੀਐ, ਊਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉਪਰ ਜਾਮੈ ਘਾਸ। ਕਿਆ ਚੱਲੇ ਬਾਂਹ ਲੁੜਾਏ? ਕਿਸ ਗੱਲ ਤੋਂ ਬਾਂਹ ਲੁੜਾ ਕੇ ਹੇ ਜੀਵ ਇਸਤਰੀਏ ਤੂੰ ਤੁਰ ਰਹੀ ਹੈ? ਕਿਹੜੀ ਗੱਲੋਂ? ਬਸ ਸਵਾਲ ਇਹ ਹੈ, ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੇ? ਕਿਉਂ ਬਾਹਾਂ ਖਿਲਾਰੀਆਂ ਹੋਈਆਂ? ਆਪਣਾ ਪਿਰ ਨਾ ਪਛਾਣ ਹੀ, ਕਿਆ ਮੂੰਹ ਦੇਸੈਂ ਜਾਏ। ਤੇਰੀਆਂ ਬਾਹਾਂ ਖਿਲਾਰਨ ਦਾ ਮਤਲਬ ਨਹੀਂ ਬਣਦਾ, ਤੇਰੀਆਂ ਖਿਲਰੀਆਂ ਬਾਹਾਂ ਤੈਨੂੰ ਤੇਰੇ ਘਰ ਦੇ ਨਹੀਂ ਪਛਾਣਨ ਦਿੰਦੀਆਂ। ਤੇਰੀਆਂ ਖਿਲਰੀਆਂ ਹੋਈਆਂ ਬਾਹਾਂ, ਇੱਥੇ ਹੁਣ ਜੀਵ ਇਸਤਰੀ ਦੀ ਗੱਲ ਹੈ। ਜੀਵ ਇਸਤਰੀਏ ਤੇਰੀਆਂ ਖਿਲਰੀਆਂ ਬਾਹਾਂ, ਮਤਲਬ ਤੇਰੀ ਆਕੜ ਵਿੱਚ ਤੁਰਨਾ ਤੈਨੂੰ ਤੇਰਾ ਖਸਮ ਨਹੀਂ ਪਛਾਣਨ ਦਿੰਦਾ। ਇੰਨੀ ਆਕੜ ਚ ਤੁਰ ਰਹੀ ਹੈ ਤੂੰ, ਆਪਣੇ ਖਸਮ ਨੂੰ ਵੀ ਭੁਲਾਤਾ। ਖਸਮ ਮਤਲਬ ਪਰਮੇਸ਼ਵਰ, ਪਤੀ, ਪ੍ਰਭੂ, ਉਹ ਵੀ ਭੁਲਾਤਾ। ਬੰਦਾ ਜਦੋਂ ਹੰਕਾਰ ਚ ਆ ਜਾਂਦਾ ਨਾ, ਫਿਰ ਕਿਹਦੀ ਪਰਵਾਹ ਕਰਦਾ?
ਕਿਹੜੇ ਘਰ ਦੇ, ਕਿਹੜਾ ਪਰਿਵਾਰ, ਕਿਹੜੇ ਰਿਸ਼ਤੇਦਾਰ ਤੇ ਕਿਹੜੇ ਸਾਕ ਸੰਬੰਧੀ, ਕਿਹੜਾ ਗਰੀਬ, ਦਿਸਦਾ ਕੋਈ? ਫਿਰ ਆਪਣਾ ਆਪਾ ਹੀ ਦਿਸਦਾ ਹੈ ਵੀ ਬਸ ਮੈਂ ਆ। ਜਿੱਥੇ ਮੈਂ ਆ ਉੱਥੇ ਸਭ ਭਲਾ, ਤੇ ਜਿੱਥੇ ਕੋਈ ਦੂਜਾ ਆ ਗਿਆ ਉੱਥੇ ਨੁਕਸਾਨ ਹੀ ਨੁਕਸਾਨ ਹੈ। ਇਹ ਆਕੜ ਤੇ ਹੰਕਾਰ ਦੀ ਇੱਕ ਨਿਸ਼ਾਨੀ ਹੈ। ਤੇ ਸਤਿਗੁਰੂ ਜੀ ਕਹਿੰਦੇ ਤੇਰਾ ਕਾਮ ਵਿੱਚ ਫਸੀ ਹੋਣਾ, ਕਾਮ ਨਾਮਾਂ ਵਿੱਚ ਫਸ ਕੇ ਤੇ ਬਾਹਾਂ ਉਲਾਰ ਉਲਾਰ ਕੇ ਚੱਲਣਾ, ਆਪਣਾ ਪਿਰ ਨਾ ਪਛਾਣ ਹੀ। ਕਹਿੰਦੇ ਤੈਨੂੰ ਖਸਮ ਦੀ ਪਛਾਣ ਨਹੀਂ ਆਈ, ਦੱਸ ਫਿਰ ਜਿੱਦਣ ਉਹਦੇ ਕੋਲ ਗਈ ਤੇ ਕਿਹੜਾ ਮੂੰਹ ਲੈ ਕੇ ਜਾਏਂਗੀ? ਮੰਨ ਲੈਨੇ ਆ ਵੀ ਇੱਕ ਜੀਵ ਇਸਤਰੀ ਤੁਰੀ ਫਿਰਦੀ ਹੈ ਆਕੜ ਕੇ, ਬਾਹਰ ਤੁਰੀ ਫਿਰਦੀ ਹੈ, ਘਰ ਦੇ ਵਿੱਚ ਆਕੜ ਕੇ ਤੁਰੀ ਫਿਰਦੀ ਹੈ, ਤੇ ਜਦੋਂ ਆਪਣੇ ਪਤੀ ਕੋਲ ਜਾਵੇਗੀ ਤੇ ਫਿਰ ਕਿਹੜਾ ਮੂੰਹ ਲੈ ਕੇ ਜਾਏਗੀ? ਪਤੀ ਨੂੰ ਤੇ ਪਛਾਣਿਆ ਹੀ ਨਹੀਂ ਸੀ। ਤੇ ਆਹ ਜੀਵ ਇਸਤਰੀ ਜਿਹੜੀ ਸੰਸਾਰ 'ਚ ਆਕੜ ਕੇ ਤੁਰੀ ਫਿਰਦੀ ਹੈ, ਜਿਨਨੇ ਖਲਕਤ ਵਿੱਚੋਂ ਖਾਲਕ ਨੂੰ ਪਛਾਣਿਆ ਹੀ ਨਹੀਂ, ਜਿਨਨੇ ਖਲਕਤ ਵਿੱਚੋਂ ਖਾਲਕ ਨੂੰ ਮਾਣਿਆ ਹੀ ਨਹੀਂ, ਤੇ ਜਿੱਦਣ ਜਾਏਗੀ ਉਦਣ ਕਿਆ ਮੂੰਹ ਦੇ ਸਹਿ ਜਾਏ? ਦੱਸ ਕਿਹੜਾ ਮੂੰਹ ਲੈ ਕੇ ਜਾਣਾ? ਉਹ ਤੇ ਖਲਕਤ ਵਿੱਚ ਬੈਠਾ ਹੀ ਹੈ ਨਾ, ਖਾਲਕ ਕੁਦਰਤ ਵਿੱਚ ਬੈਠਾ ਹੈ, ਔਰ ਕੁਦਰਤ ਵਿੱਚ ਬੈਠੇ ਹੋਏ ਨੂੰ ਮਾਨਣਾ ਹੈ, ਖਲਕਤ ਵਿੱਚ ਬੈਠੇ ਹੋਏ ਖਾਲਕ ਨੂੰ ਵੇਖਣਾ ਹੈ। ਤੇ ਉਸ ਖਾਲਕ ਨੂੰ ਵੇਖਣ ਦੀ ਬਜਾਏ ਉਹਦੇ ਸਾਹਮਣੇ ਹੀ ਆਕੜ ਕੇ ਤੁਰੀ ਫਿਰਦੀ ਜੀਵ ਇਸਤਰੀ। ਮਾਲਕ ਕਹਿੰਦੇ ਦੱਸ ਜਿੱਦਣ ਉਸ ਖਲਕਤ ਬਣਾਉਣ ਵਾਲੇ ਖਾਲਕ ਦੇ ਦਰ ਤੇ ਜਾਏਗੀ, ਕਿਹੜਾ ਮੂੰਹ ਲੈ ਕੇ ਜਾਣਾ? ਹੈ ਤੇਰਾ ਮੂੰਹ ਉਹਦੇ ਦਰ ਤੇ ਜਾਣ ਵਾਲਾ? ਇਹੀ ਕਵਾਂਗੇ ਨਾ, ਜਦੋਂ ਬੰਦਾ ਕਿਸੇ ਦੇ ਨਾਲ ਕੋਈ ਵਧੀਕੀ ਕਰ ਲੈਂਦਾ ਨਾ, ਤੇ ਸ਼ਰਮਿੰਦਾ ਬੜਾ ਹੋ ਜਾਂਦਾ ਵੀ ਹੁਣ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਉੱਥੇ, ਵੀ ਮੈਂ ਪਹਿਲੋਂ ਤੇ ਉਹਦੀ ਸੁਣੀ ਕੋਈ ਨਹੀਂ, ਪਹਿਲੋਂ ਤੇ ਉਹਦੀ ਮੰਨੀ ਕੋਈ ਨਹੀਂ, ਉਹਦੇ ਨਾਲ ਤੇ ਏਡਾ ਦੁਰਵਿਹਾਰ ਮੈਂ ਕੀਤਾ, ਹੁਣ ਕਿਹੜਾ ਮੂੰਹ ਲੈ ਕੇ ਜਾਵਾਂ? ਫਿਰ ਬੰਦਾ ਝਿਜਕਦਾ ਹੈ, ਫਿਰ ਜ਼ਰੀਆ ਲੱਭਦਾ, ਕੋਈ ਤਰੀਕਾ ਲੱਭਦਾ, ਕੋਈ ਢੰਗ ਲੱਭਦਾ ਵੀ ਉਹਦੇ ਨਾਲ ਇੱਕ ਵਾਰ ਬੋਲ ਚਾਲ ਬਣ ਜਾਏ, ਉਹਦੇ ਨਾਲ ਇੱਕ ਵਾਰ ਬੋਲ ਚਾਲ ਹੋਵੇ ਤੇ ਮੈਂ ਖਿਮਾ ਮੰਗਾ, ਮੁਆਫੀ ਮੰਗਾ। ਇਸੇ ਤਰ੍ਹਾਂ ਸੰਸਾਰ ਤੇ ਜਿਉਂਦਿਆਂ ਬੰਦਾ ਵਧੀਕੀਆਂ ਤੇ ਬਹੁਤ ਕਰ ਜਾਂਦਾ ਹੈ। ਜਦੋਂ ਰੱਬ ਦੇ ਦਰ ਤੇ ਜਾਣ ਦੀ ਵਾਰੀ ਆਉਂਦੀ, ਫਿਰ ਕਿਹੜਾ ਮੂੰਹ ਲੈ ਕੇ ਜਾਵੇਂਗਾ? ਫਿਰ ਨਾ ਜਿਵੇਂ ਉਦੋਂ ਕੋਈ ਜ਼ਰੀਆ ਲੱਭਦਾ ਨਾ, ਸੰਸਾਰ ਤੇ ਜਿਉਂਦਿਆਂ ਵੀ ਇੱਕ ਜ਼ਰੀਆ ਹੈ, ਤੇ ਉਹ ਕੀ ਹੈ? ਗੁਰੂ। ਜਿੰਨੇ ਫਿਰ ਉਹਦੇ ਨਾਲ ਮੇਲ ਮਿਲਾਪ ਕਰਾਉਣਾ, ਤੇ ਫਿਰ ਇੱਕ ਮੌਕਾ ਸਾਨੂੰ ਮਿਲਣਾ ਉਹਦੇ ਕੋਲੋਂ ਖਿਮਾ ਮੰਗਣ ਦਾ, ਉਹਦੇ ਕੋਲੋਂ ਮੁਆਫੀ ਮੰਗਣ ਦਾ ਇੱਕ ਮੌਕਾ ਮਿਲੇਗਾ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕਰਦਿਆਂ ਇੱਥੋਂ ਤੱਕ ਸਮਝਾਇਆ ਨਾ ਸਾਨੂੰ ਵੀ ਤੂੰ ਇਹ ਖਿਆਲ ਰੱਖ, ਦੇ ਕੇ ਵਾਰ ਅਨਕ ਪਰਦੇ ਮੈਂ ਪਰਦਾਰਾ ਸੰਗ ਫਾਕੈ, ਚਿਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਜਾਂ ਸਤਿਗੁਰੂ ਜੀ ਬਾਣੀ 'ਚ ਆਖਦੇ ਵੀ ਤੂੰ ਕਰਮ ਤੇ ਕਮਾਈ ਜਾਣਾ, ਕਰਮ ਕਮਾਈ ਜਾਣਾ, ਪਰ ਜਦੋਂ ਧਰਮ ਰਾਏ ਜਬ ਲੇਖਾ ਮੰਗਿਆ ਕਿਆ ਮੁਖ ਲੈ ਕੇ ਜਾਏਗਾ? ਵੀ ਕਿਹੜਾ ਮੂੰਹ ਲੈ ਕੇ ਜਾਣਾ ਫਿਰ? ਕਿਉਂਕਿ ਉਦੋਂ ਤੇਰੇ ਕੋਲ ਸ਼ਰਮਿੰਦਗੀ ਹੈ, ਉਦੋਂ ਤੇਰੇ ਕੋਲ ਸ਼ਰਮਿੰਦਗੀ ਹੈ। ਤੇ ਜੇ ਸ਼ਰਮਿੰਦਗੀ ਨੂੰ ਬਖਸ਼ਾਉਣਾ ਫਿਰ ਕੀ ਕਰ? ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਫਿਰ ਗੁਰੂ ਬਖਸ਼ਣ ਆ ਰਿਹਾ, ਔਰ ਇੱਕ ਗੁਰੂ ਹੀ ਹੈ ਜਿਹੜਾ ਫਿਰ ਉਹਦੇ ਦਰ ਤੇ ਸਾਨੂੰ ਲੈ ਕੇ ਜਾਂਦਾ ਤੇ ਆਖਦਾ ਵੀ ਛੱਡੋ ਕੀਤਿਆਂ ਤੇ ਪਰਦਾ ਪਾਓ। ਔਰ ਗੁਰੂ ਵਾਕਈ ਪਰਦੇ ਪਾਉਂਦਾ, ਪਰਦੇ ਕੱਜਦਾ। ਉਹ ਗੁਰੂ ਵਾਕਈ ਸਾਡੇ ਪਰਦਿਆਂ ਨੂੰ ਕੱਜਦਾ ਹੈ। ਮਾਲਕ ਜੀ ਕਹਿੰਦੇ ਇਸ ਲਈ ਭਲੀਏ ਜੀਵ ਇਸਤਰੀਏ ਤੂੰ ਸੁਚੇਤ ਹੋ ਕੇ ਚੱਲਿਆ ਕਰ,
ਆਕੜ ਕੇ ਬਾਹਾਂ ਉਲਾਰ ਕੇ ਨਾ ਚੱਲ, ਕਿਤੇ ਇਹ ਨਾ ਹੋਵੇ ਤੂੰ ਖਸਮ ਨਾ ਪਛਾਣੇ ਤੇ ਜਿੱਦਣ ਖਸਮ ਦੇ ਦਰ ਤੇ ਤੂੰ ਜਾਏ ਤੇ ਉਹ ਤੈਨੂੰ ਪਛਾਣਨ ਤੋਂ ਇਨਕਾਰੀ ਹੋ ਜਾਏ। ਅੱਜ ਤੂੰ ਖਸਮ ਨਹੀਂ ਪਛਾਣ ਰਹੀ, ਕੱਲ ਨੂੰ ਖਸਮ ਦੇ ਦਰ ਤੇ ਤੂੰ ਜਾਵੇਂ ਤੇ ਉਹ ਤੈਨੂੰ ਪਛਾਣਨ ਤੋਂ ਇਨਕਾਰੀ ਹੋ ਜਾਏ। ਇਦਾਂ ਹੀ ਹੋਏਗਾ, ਸੁਭਾਵਿਕ ਜਿਹੀ ਗੱਲ ਹੈ। ਜਿਹੜਾ ਸਾਡੇ ਕੋਲ ਆਇਆ ਅਸੀਂ ਉਹਨੂੰ ਕਿਹਾ ਤੂੰ ਕੌਣ ਹੈ, ਜਿੱਦਣ ਸਾਨੂੰ ਲੋੜ ਪੈ ਗਈ ਉਹਦੇ ਦਰ ਤੇ ਜਾਣ ਦੀ, ਉਹ ਸਾਨੂੰ ਕਹਿ ਦੇਗਾ ਤੂੰ ਕੌਣ ਹੈ। ਤੇ ਸਾਹਿਬ ਦੇ ਦਰ ਤੇ ਵੀ ਤੇ ਇਦਾਂ ਹੀ ਹੋਣਾ। ਜੇ ਅਸੀਂ ਖਾਲਕ ਨੂੰ ਨਹੀਂ ਪਛਾਣਿਆ ਤੇ ਜਿੱਦਣ ਖਾਲਕ ਦੇ ਦਰ ਤੇ ਜਾਣ ਦੀ ਵਾਰੀ ਆਈ ਉਹਨੇ ਵੀ ਕਹਿ ਦੇਣਾ ਵੀ ਮੈਂ ਤੈਨੂੰ ਨਹੀਂ ਪਛਾਣਿਆ। ਇਸ ਲਈ ਸਾਹਿਬ ਕਹਿੰਦੇ ਆਪਣਾ ਪਿਰ ਨਾ ਪਛਾਣੀ, ਕਿਆ ਮੋਹ ਦੇਸੈ ਜਾਏ। ਫਿਰ ਅੱਗੇ ਜਿੰਨੀ ਸਖੀ ਕੰਤ ਪਛਾਣਿਆ, ਜਿਨ੍ਹਾਂ ਨੇ ਪਛਾਣਿਆ, ਹਉ ਤਿਨ ਕੈ ਲਾਗੋਂ ਪਾਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਨ੍ਹਾਂ ਸਖੀਆਂ ਨੇ ਕੰਤ ਮਾਣ ਲਿਆ, ਪਛਾਣ ਲਿਆ, ਕਹਿੰਦੇ ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦੀ ਹਾਂ। ਤਿਨ ਹੀ ਜੈਸੀ ਥੀ ਰਹਾ, ਕਹਿੰਦੇ ਜਿਵੇਂ ਦੇ ਉਹ ਨੇ ਉਦਾਂ ਦੀ ਮੈਂ ਬਣ ਜਾ। ਸਤ ਸੰਗਤ ਮੇਲ ਮਿਲਾਏ, ਕਿਤੇ ਉਹਨਾਂ ਦੀ ਸੰਗਤ ਵਿੱਚ ਰਹਿਣਾ ਆ ਜਾਏ ਔਰ ਉਹਨਾਂ ਦੀ ਸੰਗਤ ਵਿੱਚ ਰਹਿੰਦੇ ਆ ਉਹ ਮੇਰੇ ਤੇ ਰਹਿਮਤ ਕਰਨ ਤੇ ਮੈਨੂੰ ਵੀ ਮੇਲ ਮਿਲਾ ਦੇਣ, ਕਿਤੇ ਮੇਰਾ ਵੀ ਮੇਲ ਉਸ ਪਤੀ ਕੰਤ ਦੇ ਨਾਲ ਮਿਲ ਜਾਵੇ। ਮਨ ਮੁਖ ਕੰਤ ਨਾ ਪਛਾੜਈ, ਤਿਨ ਕਿਉ ਰਹਿਣ ਵਿਹਾਏ। ਗਰਭ ਅਟਿਆ ਤ੍ਰਿਸ਼ਨਾ ਜਲਹਿ, ਦੁਖ ਪਾਵਹਿ ਦੂਜੈ ਪਾਏ। ਸ਼ਬਦ ਰਤੀਆ ਸੁਹਾਗਣੀ, ਤਿਨ ਵਿੱਚੋਂ ਹਉ ਮੈਂ ਜਾਏ। ਸਦਾ ਪਿਰ ਰਾਵਹਿ ਆਪਣਾ, ਤਿਨਾ ਸੁਖੇ ਸੁਖ ਵਿਹਾਏ। ਮਨ ਮੁਖ ਕੰਤ ਨਾ ਪਛਾਣਈ, ਜਿਹਨੂੰ ਆਪਣਾ ਆਪਾ ਵੇਖਣ ਦੀ ਆਦਤ ਹੋਵੇ ਨਾ ਉਹ ਦੂਜੇ ਨੂੰ ਨਹੀਂ ਕਦੇ ਪਛਾਣਦਾ। ਜਿਹਨੂੰ ਆਪਣੀ ਵਡਿਆਈ ਸੁਣਨ ਦੀ ਆਦਤ ਹੋਵੇ ਉਹ ਦੂਜੇ ਦੀ ਵਡਿਆਈ ਨਹੀਂ ਸੁਣਦਾ। ਜਿਹਨੂੰ ਆਪਣੀ ਉਸਤਤ ਸੁਣਨ ਦਾ ਸਵਾਦ ਪੈ ਜਾਏ ਉਹ ਦੂਜੇ ਦੀ ਨਿੰਦਿਆਈ ਸੁਣਦਾ ਹੈ, ਉਸਤਤੀ ਨਹੀਂ। ਇਸੇ ਲਈ ਜਦੋਂ ਰੱਬ ਨੂੰ ਪ੍ਰਾਪਤ ਕਰਨ ਦੀ ਬਾਤ ਆਉਂਦੀ ਨਾ, ਸਤਿਗੁਰੂ ਕਹਿੰਦੇ ਪਹਿਲੋਂ ਆਪਣਾ ਆਪਾ ਛੱਡ। ਆਪਣੀ ਵਡਿਆਈ ਸੁਣਨੀ ਛੱਡੇਗਾ ਤਾਂ ਹੀ ਰੱਬ ਦੀ ਸੁਣੇਗਾ। ਆਪਣੀ ਵਡਿਆਈ ਕਰਨੀ ਛੱਡੇਗਾ ਤਾਂ ਹੀ ਰੱਬ ਦੀ ਵਡਿਆਈ ਕਰੇਗਾ। ਇਸ ਲਈ ਸਤਿਗੁਰੂ ਆਪਣਾ ਆਪਾ ਛੱਡ ਕੇ ਰੱਬ ਦੇ ਰਾਹ ਵੱਲ ਨੂੰ ਜਾਣ ਨੂੰ ਕਹਿੰਦੇ ਨੇ। ਮਨਮੁਖ ਕੰਤ ਨਾ ਪਛਾਣਈ, ਕਹਿੰਦੇ ਨਹੀਂ ਪਛਾਣਿਆ ਕੰਤ। ਤਿਨ ਕਿਉਂ ਰਹਿਣ ਵਿਹਾਏ, ਉਹਨਾਂ ਦੀ ਰਾਤ ਕਿਵੇਂ ਗੁਜ਼ਰੇ, ਮਤਲਬ ਜੀਵਨ ਕਿਵੇਂ ਗੁਜ਼ਰੇਗਾ। ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਅੱਜ ਨਾ ਸੁਤੀ ਕੰਤ ਸਿਓ, ਅੰਗ ਮੁੜੈ ਮੁੜ ਜਾਏ। ਅੱਜ ਉਸ ਮਾਲਕ ਨੂੰ ਚੇਤੇ ਨਹੀਂ ਕੀਤਾ ਤੇ ਅੱਜ ਹਾਲਾਤ ਬੁਰੇ ਨੇ, ਅੱਜ ਹਾਲਾਤ ਕੋਈ ਭਲੇ ਨਹੀਂ। ਤੇ ਉਹਨਾਂ ਦੀ ਜ਼ਿੰਦਗੀ ਦਾ ਕੀ ਬਣੇਗਾ, ਉਹਨਾਂ ਦੇ ਜੀਵਨ ਦਾ ਕੀ ਬਣੇਗਾ ਜਿਨ੍ਹਾਂ ਨੇ ਕਦੇ ਖਸਮ ਚੇਤੇ ਵੀ ਨਹੀਂ ਕੀਤਾ। ਉਹਨਾਂ ਦੀ ਸਾਰੀ ਰਹਿਣ ਕਿੱਦਾਂ ਗੁਜ਼ਰੇਗੀ, ਦੁਖੀ ਸਾਰੀ ਦੀ ਸਾਰੀ ਵਿਹਾਏਗੀ, ਜਦੋਂ ਰਾਤ ਤੇ ਦੁੱਖਾਂ ਵਿੱਚ ਵਿਹਾਏਗੀ। ਕਹਿੰਦੇ ਤਿੰਨ ਕਿਉਂ ਰਹਿਣ ਵਿਹਾਏ, ਗਰਭ ਅਟਿਆ ਤ੍ਰਿਸ਼ਨਾ ਜਲੈ। ਉਹ ਤੇ ਕੀ ਕਰ ਰਹੀਆਂ, ਅਟੀਆਂ ਨੱਕੋ ਨੱਕ ਭਰੀਆਂ ਪਈਆਂ ਨੇ, ਕਾਹਦੇ ਨਾਲ, ਗਰਭ ਹੰਕਾਰ ਵਿੱਚ। ਤ੍ਰਿਸ਼ਨਾ ਜਲੈ, ਉਹ ਤੇ ਸੜ ਰਹੀਆਂ ਹੁਣ ਹੰਕਾਰ ਦੀਆਂ ਭਰੀਆਂ ਤੇ ਤ੍ਰਿਸ਼ਨਾ ਦੇ ਵਿੱਚ ਸੜੀ ਜਾਂਦੀਆਂ ਨੇ। ਦੁੱਖ ਪਾਵੇ ਦੂਜੈ ਭਾਏ, ਫਿਰ ਸੜਦੀਆਂ ਕੀ ਕਰਦੀਆਂ, ਦੁੱਖ ਪਾਉਂਦੀਆਂ ਕਾਹਦੇ ਲਈ, ਦੂਜੈ ਭਾਏ, ਪਤੀ ਨੂੰ ਛੱਡ ਕੇ, ਪਰਮੇਸ਼ਵਰ ਨੂੰ ਛੱਡ ਕੇ ਤੇ ਉਹਦੇ ਪਦਾਰਥਾਂ ਦੇ ਨਾਲ ਪਿਆਰ ਪਾਈ ਜਾਣਾ ਕਦੇ ਵੀ ਸਕੂਨ ਤੇ ਖੁਸ਼ੀ ਨਹੀਂ ਦੇਵੇਗਾ। ਫਿਰ ਸਦਾ ਪਿਰ ਰਵੈ ਆਪਣਾ, ਸ਼ਬਦ ਰਤੀਆਂ ਸੁਹਾਗਣੀ।
ਤਿੰਨ ਵਿੱਚੋਂ ਹਉਮੈ ਜਾਏ। ਜਿਹੜੀਆਂ ਸ਼ਬਦ ਚ ਰਤੀਆਂ ਗਈਆਂ ਉਹ ਕੀ ਬਣ ਗਈਆਂ? ਸੁਹਾਗਣਾ। ਫਿਰ ਤਿੰਨ ਵਿੱਚੋਂ ਹਉਮੈ ਜਾਏ, ਉਹਨਾਂ ਨੇ ਹਉਮੈ ਛੱਡਤੀ। ਜਿਸ ਕਰਕੇ ਦੁਖੀ ਹੋਣਾ ਸੀ ਨਾ, ਉਹਨਾਂ ਨੇ ਉਹੀ ਛੱਡਤਾ। ਜਿਹੜਾ ਆਪਾਂ ਕਹਿ ਸਕਦੇ ਹਾਂ ਹਉਮੈ ਦੀਆਂ ਜਿਹੜੀਆਂ ਨੱਕੋ ਨੱਕ ਭਰੀਆਂ ਸੀ ਨਾ ਗਰਭ ਦੇ ਵਿੱਚ, ਉਹਨਾਂ ਨੇ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲਈ, ਖਸਮ ਨੂੰ ਵੇਖਣ ਨੂੰ ਤਿਆਰ ਹੀ ਨਹੀਂ ਸੀ। ਤੇ ਜਿਹੜੀਆਂ ਸ਼ਬਦ ਵਿੱਚ ਰਤੀਆਂ ਗਈਆਂ ਉਹਨਾਂ ਦੀ ਪੱਟੀ ਖੁੱਲ ਗਈ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਜਿਨ੍ਹਾਂ ਨੂੰ ਆਪਣੀ ਉਸਤਤੀ ਸੁਣਨ ਦੀ ਆਦਤ ਪੈ ਗਈ ਨਾ, ਉਹ ਦੂਜੇ ਦੀ ਕਿਵੇਂ ਸੁਣਨਗੇ? ਤੇ ਮਨਮੁੱਖਾਂ ਨੂੰ ਆਪਣੀ ਉਸਤਤ ਸੁਣਨ ਦੀ ਆਦਤ ਪੈ ਚੁੱਕੀ ਹੈ, ਉਹ ਗੁਰੂ ਦੀ ਉਸਤਤ ਕਿਵੇਂ ਸੁਣ ਲੈਣਗੇ? ਉਹ ਪਰਮੇਸ਼ਵਰ ਦੀ ਉਸਤਤ ਕਿਵੇਂ ਕਰ ਲੈਣਗੇ? ਪਤੀ ਨੂੰ ਕਿਵੇਂ ਉਹ ਚੰਗਾ ਕਹਿ ਲੈਣਗੇ? ਉਹਨਾਂ ਨੂੰ ਤੇ ਆਪਣੀ ਆਦਤ ਸੁਣਨ ਦੀ ਆਦਤ ਹੈ। ਫਿਰ ਕਹਿੰਦੇ ਸ਼ਬਦ ਰਤੀਆਂ ਸੁਹਾਗਣੀ, ਤਿੰਨਾ ਸੁਖੇ ਸੁਖ ਵਿਹਾਏ। ਉਹ ਜਿਹੜੀਆਂ ਸ਼ਬਦ ਦੇ ਵਿੱਚ ਰਤੀਆਂ ਗਈਆਂ ਸੀ, ਉਹਨਾਂ ਦੇ ਵਿੱਚੋਂ ਹਉਮੈ ਚਲੀ ਗਈ। ਫਿਰ ਸਦਾ ਪਿਰ ਰਾਵੈ ਆਪਣਾ, ਉਹ ਕੀ ਕਰਦੀਆਂ? ਹਉਮੈ ਛੱਡਤੀ। ਹੁਣ ਦਿਸ ਰਿਹਾ ਉਹ, ਕਿਉਂਕਿ ਪਹਿਲੋਂ ਕੀ ਮੈਂ, ਹੁਣ ਕੀ ਹੈ ਤੂੰ। ਹੁਣ ਕੀ ਬਣ ਗਿਆ? ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਬਸ ਹੋ ਹੀ ਦਿਸ ਰਿਹਾ। ਹੁਣ ਤੇ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਹੁਣ ਮੈਂ ਨਹੀਂ ਹੈ। ਹੁਣ ਸਦਾ ਪਿਰ ਰਾਵੇਂ ਆਪਣਾ, ਮੰਨ ਰਹੀਆਂ ਅਗਲੀਆਂ, ਆਨੰਦ ਲੈ ਰਹੀਆਂ ਨੇ। ਉਹ ਜੀਵ ਇਸਤਰੀਆਂ ਜਿਨ੍ਹਾਂ ਨੇ ਸ਼ਬਦ ਦਾ ਆਸਰਾ ਲੈ ਕੇ ਹਉਮੈ ਛੱਡੀ, ਉਹ ਆਨੰਦ ਮਾਣ ਰਹੀਆਂ। ਤਿੰਨਾ ਸੁਖੇ ਸੁਖ ਵਿਹਾਏ, ਬੜੀ ਸੌਖੀ ਜ਼ਿੰਦਗੀ ਗੁਜ਼ਰ ਰਹੀ। ਸੌਖੀ ਜ਼ਿੰਦਗੀ ਤੋਂ ਮਤਲਬ ਆਨੰਦਮਈ ਜੀਵਨ ਗੁਜ਼ਰ ਰਿਹਾ ਹੁਣ, ਕਿਉਂਕਿ ਖਸਮ ਪਰਮੇਸ਼ਵਰ ਪਤੀ ਜਿਨੇ ਆਨੰਦ ਵਾਲਾ ਜੀਵਨ ਦੇਣਾ, ਉਹਨੂੰ ਮਾਣ ਲਿਆ। ਉਹਨੂੰ ਮਾਣਦਿਆਂ ਹੋਇਆਂ ਉਹ ਜੀਵ ਇਸਤਰੀਆਂ ਆਨੰਦਮਈ ਜੀਵਨ ਜਿਉਂਦੀਆਂ ਹਨ। ਗਿਆਨ ਵਿਹੂਣੀ ਪਿਰ ਮੁਤੀਆ, ਪਿਰ ਮਨਾ ਪਾਇਆ ਜਾਏ। ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲੀ ਹੋ, ਮੈਂ ਪਿਰ ਦੇਹ ਮਿਲਾਏ। ਪੂਰੇ ਭਾਗ ਸਤਿਗੁਰ ਮਿਲੈ, ਪਿਰ ਪਾਇਆ ਸੱਚ ਸਮਾਏ। ਗਿਆਨ ਵਿਹੂਣੀ, ਗਿਆਨ ਤੋਂ ਵਿਹੂਣੀ। ਪਿਰ ਮੁੱਤੀਆ, ਪਿਰ ਮੁੱਤੀਆ ਮਤਲਬ ਪਤੀ ਦੁਆਰਾ ਛੱਡੀਆਂ ਹੋਈਆਂ। ਪਿਰਮ ਨਾ ਪਾਇਆ ਜਾਏ, ਉਹਨਾਂ ਨੂੰ ਪ੍ਰੇਮ ਕਿੱਥੋਂ ਮਿਲੇਗਾ? ਜਿਨ੍ਹਾਂ ਨੂੰ ਪਤੀ ਨੇ ਛੱਡਤਾ ਉਹਨਾਂ ਨੂੰ ਪ੍ਰੇਮ ਕੀ ਮਿਲਣਾ? ਮਤਲਬ ਜਿਹੜੀਆਂ ਰੱਬ ਵੱਲੋਂ ਦੁਰਕਾਰ ਦਿੱਤੀਆਂ ਗਈਆਂ, ਉਹਨਾਂ ਨੂੰ ਕੌਣ ਸਾਂਭੇਗਾ? ਔਰ ਚੇਤਾ ਰੱਖੀਏ, ਦੁਨੀਆ ਲੱਖ ਧੱਕੇ ਮਾਰ ਲਏ, ਰੱਬ ਸਾਂਭ ਲਏਗਾ। ਪਰ ਜਿੱਦਣ ਰੱਬ ਨੇ ਧੱਕੇ ਮਾਰਤੇ, ਦੁਨੀਆ ਤੋਂ ਨਹੀਂ ਸਾਂਭਿਆ ਜਾਣਾ। ਨਹੀਂ ਸਾਂਭੇਗੀ ਸੰਸਾਰ, ਦੁਨੀਆ ਨਹੀਂ ਸਾਂਭੇਗੀ ਜਿੱਦਣ ਰੱਬ ਧੱਕੇ ਮਾਰ। ਔਰ ਜਿਹਨੂੰ ਧੱਕੇ ਵੱਜਦੇ ਨੇ ਨਾ, ਉਹ ਦੁਨੀਆ ਵੱਲੋਂ ਵੀ ਦੁਰਕਾਰਿਆ ਜਾਂਦਾ, ਉਹ ਤੇ ਖੇ ਹੋ ਜਾਂਦਾ। ਨਦਰ ਉਪੱਠੀ, ਉਹ ਨਦਰ ਉਪੱਠੀ ਮਤਲਬ ਕੀ ਹੈ? ਰੱਬ ਵੱਲੋਂ ਧੱਕੇ ਵੱਜਣੇ। ਫਿਰ ਸੁਲਤਾਨਾ ਘਾਹ ਕਰਾਏਂਦਾ, ਦਰ ਮੰਗਣ ਭੇਖ ਨਾ ਪਾ। ਦੁਨੀਆ ਸਾਂਭਦੀ ਹੈ? ਦੁਨੀਆ ਤੇ ਠੂਠੇ 'ਚ ਰੁਪਈਆ ਪਾਉਣ ਨੂੰ ਤਿਆਰ ਨਹੀਂ ਹੈ। ਮੰਗਿਆਂ ਵੀ ਭੀਖ ਨਹੀਂ ਮਿਲਦੀ। ਕਿੱਡੀ ਹੈਰਾਨੀ ਦੀ ਗੱਲ ਹੈ। ਮੰਗਣ ਵਾਲਾ ਭਿਖਾਰੀ ਮੰਗ ਕੇ ਗੁਜ਼ਾਰਾ ਕਰ ਲੈਂਦਾ, ਪਰ ਜਿੱਥੇ ਰੱਬ ਉਪੱਠੀ ਨਜ਼ਰ ਕਰਦੇ, ਉਹਦਾ ਠੂਠਾ ਵੀ ਖਾਲੀ ਰਹਿ ਜਾਂਦਾ। ਤੇ ਸਾਹਿਬ ਕਹਿੰਦੇ ਗਿਆਨ ਵਿਹੂਣੀ ਪਿਰ ਮੁੱਤੀਆ, ਖਸਮ ਦੁਆਰਾ ਛੱਡਤੀ, ਪਿਰਮ ਨਾ ਪਾਇਆ ਜਾਏ। ਅਗਿਆਨ ਮੱਤੀ ਅੰਧੇਰ ਹੈ, ਉਹ ਤੇ ਅਗਿਆਨਤਾ 'ਚ ਮਸਤ ਹੋਈ, ਅੰਨੀ ਹੋਈ ਬੈਠੀ ਹੈ। ਬਿਨ ਪਿਰ ਦੇਖੇ ਭੁੱਖ ਨਾ ਜਾਏ। ਸਾਹਿਬ ਕਹਿੰਦੇ ਜਿੰਨਾ ਚਿਰ ਖਸਮ ਨੂੰ ਨਾ ਵੇਖ ਲੈਂਦੀ, ਇਹ ਜੀਵ ਇਸਤਰੀਏ ਤੇਰੀ ਭੁੱਖ ਨਹੀਂ ਮਿਟਣੀ। ਇਸ ਲਈ ਅਗਿਆਨਤਾ ਛੱਡ, ਗਿਆਨ ਦਾ ਚਾਨਣ ਲੈ। ਆਵੋ ਮਿਲੋ ਸਹੇਲੀ ਹੋ, ਮੈਂ ਪਿਰਦੇ ਹੋ ਮਿਲਾਏ। ਹੇ ਰੱਬ ਨਾਲ ਮਿਲਿਓ ਜੀਵ ਇਸਤਰੀਓ, ਮੇਰੀ ਉਹ ਸਖੀਓ, ਮੇਰੀ ਉਹ ਸਹੇਲੀਓ, ਕਿਰਪਾ ਕਰੋ ਮੈਨੂੰ ਵੀ ਮੇਰਾ ਖਸਮ ਮਿਲਾ ਦਿਓ।
ਪੂਰੇ ਭਾਗ ਸਤਿਗੁਰ ਮਿਲੈ। ਫਿਰ ਉਹਨਾਂ ਸਖੀਆਂ ਦੇ ਨਾਲ ਬੈਠਿਆਂ, ਸਤ ਸੰਗਤ ਰੂਪ ਸਖੀਆਂ ਨਾਲ ਬੈਠਿਆਂ ਕੀ ਮਿਲਿਆ? ਪੂਰੇ ਭਾਗ ਸਤਿਗੁਰ ਮਿਲੈ। ਗੁਰੂ ਕੀ ਸੰਗਤ ਮਿਲ ਗਈ। ਜਦੋਂ ਗੁਰੂ ਕੀ ਸੰਗਤ ਮਿਲੀ ਫਿਰ ਪਾਇਆ ਸੱਚ ਸਮਾਏ। ਖਸਮ ਮਿਲ ਗਿਆ ਤੇ ਸੱਚ ਵਿੱਚ ਸਮਾ ਗਏ। ਉਹ ਜੀਵ ਇਸਤਰੀ ਸੱਚ 'ਚ ਸਮਾ ਗਈ ਜਿਹਦੀ ਆਰੰਭਤਾ ਕੂੜ ਤੋਂ ਹੋਈ ਸੀ। ਉਹ ਜਦੋਂ ਗੁਰੂ ਦੀ ਸੰਗਤ ਵਿੱਚ ਆਈ, ਸਤਿਗੁਰੂ ਕੀ ਸੰਗ ਮਿਲੀ, ਗੁਰੂ ਕੇ ਪ੍ਰੇਮ ਦੀ ਪਾਤਰ ਬਣੀ, ਉਹਨੇ ਪ੍ਰੇਮ ਸਦਕਾ ਪਰਮੇਸ਼ਵਰ ਪਤੀ ਪਾ ਲਿਆ। ਸੇ ਸਹੀਆ ਸੁਹਾਗਣੀ ਜਿਨ ਕੋ ਨਦਰ ਕਰੇ, ਖਸਮ ਪਛਾਣਹਿ ਆਪਣਾ ਤਨ ਮਨ ਆਗੇ ਦੇ, ਘਰ ਵਰ ਪਾਇਆ ਆਪਣਾ ਹਉ ਮੈਂ ਦੂਰ ਕਰੇ। ਨਾਨਕ ਸੋਭਾਵੰਤੀਆਂ ਸੁਹਾਗਣੀ ਅਨ ਦਿਨ ਭਗਤ ਕਰੇ। ਸੇ ਸਹੀਆਂ ਸੁਹਾਗਣੀ, ਉਹ ਸਖੀਆਂ ਸੁਹਾਗਣਾ ਨੇ ਜਿਨ ਕੋ ਨਦਰ ਕਰੇ, ਜਿਨ੍ਹਾਂ ਉੱਤੇ ਉਹ ਮਿਹਰ ਕਰਦਾ। ਖਸਮ ਪਛਾਣੈ ਆਪਣਾ, ਇੰਨੀ ਕੁ ਸੋਝੀ ਹੋ ਜਾਂਦੀ, ਫਿਰ ਆਪਣੇ ਖਸਮ ਦਾ ਪਤਾ ਲੱਗ ਜਾਂਦਾ। ਜਿਨ੍ਹਾਂ ਨੂੰ ਆਪਣੇ ਖਸਮ ਦੀ ਪਛਾਣ ਆ ਗਈ, ਸਮਝ ਆ ਗਈ, ਪਤਾ ਲੱਗ ਗਿਆ, ਫਿਰ ਉਹ ਕੀ ਕਰਦੀਆਂ? ਤਨ ਮਨ ਆਗੈ ਦੇ, ਸਭ ਕੁਝ ਅਰਪਿਤ। ਘਰ ਵਰ ਪਾਇਆ ਆਪਣਾ, ਫਿਰ ਘਰ ਵਿੱਚ ਹੀ ਵਰ ਪਾ ਲਿਆ ਆਪਣਾ। ਪਰ ਮਿਲਿਆ ਕਿਵੇਂ ਘਰ ਵਿੱਚ? ਹਉ ਮੈਂ ਦੂਰ ਕਰੇ। ਜੇ ਕਿਤੇ ਜਿਵੇਂ ਆਪਾਂ ਪਹਿਲੋਂ ਜ਼ਿਕਰ ਕਰਕੇ ਆਏ, ਹਉਮੈ ਕਰਕੇ ਬਾਹਾਂ ਉਲਰੀਆਂ ਸੀ ਤੇ ਆਪਣਾ ਪਤੀ ਨਹੀਂ ਸੀ ਦਿਸਦਾ। ਹੁਣ ਬਾਹਾਂ ਕਰ ਲੀਆਂ ਇਕੱਠੀਆਂ, ਹਉਮੈ ਕੱਢਤੀ। ਜਦੋਂ ਹਉਮੈ ਕੱਢਤੀ, ਉਹੀ ਖਸਮ ਦਿਸਣ ਲੱਗ ਪਿਆ ਜਿਹੜਾ ਪਹਿਲੋਂ ਘਰ ਬੈਠਾ ਦਿਸਦਾ ਨਹੀਂ ਸੀ। ਹੁਣ ਉਹ ਘਰ ਵਿੱਚ ਹੀ ਪਾ ਲਿਆ। ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ। ਹਉਮੈ ਛੱਡ ਕੇ ਘਰ ਵਿੱਚ ਪਾ ਲਿਆ। ਨਾਨਕ, ਹੇ ਨਾਨਕ ਜੀ, ਸ਼ੋਭਾਵੰਤੀਆਂ ਸੁਹਾਗਣੀ। ਸੁਹਾਗਣਾ ਹਮੇਸ਼ਾ ਸ਼ੋਭਾ ਵਾਲੀਆਂ ਨੇ। ਅਨ ਦਿਨ ਭਗਤ ਕਰੇ, ਫਿਰ ਉਹ ਦਿਨ ਰਾਤ ਭਗਤੀ ਵਿੱਚ ਰਤੀਆਂ ਰਹਿੰਦੀਆਂ। ਜਾਂ ਇਉਂ ਕਹਿ ਸਕਦੇ ਆ, ਸੁਹਾਗਣਾ ਨੇ, ਸ਼ੋਭਾ ਵਾਲੀਆਂ ਨੇ ਤੇ ਦਿਨ ਰਾਤ ਭਗਤੀ ਦਾ ਸ਼ਿੰਗਾਰ ਕਰਦੀਆਂ ਤੇ ਖਸਮ ਨੂੰ ਪਾਉਂਦੀਆਂ ਨੇ। ਸਤਿਗੁਰੂ ਕਿਤੇ ਬਖਸ਼ਿਸ਼ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪ ਮਾਲਕ ਜੀ ਮਿਹਰ ਕਰਨ। ਅਸੀਂ ਵੀ ਆਪਣੇ ਜੀਵਨਾਂ ਵਿੱਚੋਂ ਹਉਮੈ ਦਾ ਤਿਆਗ ਕਰ ਸਕੀਏ ਤੇ ਭਗਤੀ ਦਾ ਸ਼ਿੰਗਾਰ ਕਰਨ ਦੀ ਜਾਚ ਆ ਜਾਏ, ਤਾਂ ਜੋ ਅਸੀਂ ਵੀ ਜੀਵ ਰੂਪ ਇਸਤਰੀਆਂ ਉਸ ਖਸਮ ਦੇ ਦਰ ਉੱਤੇ ਭਾ ਜਾਈਏ, ਉਸ ਮਾਲਕ ਨੂੰ ਭਾ ਜਾਈਏ, ਉਹਦੀਆਂ ਨਜ਼ਰਾਂ ਵਿੱਚ ਪ੍ਰਵਾਨੇ ਜਾਈਏ ਤੇ ਉਹ ਸਾਹਿਬ ਸਾਨੂੰ ਕਬੂਲ ਲਵੇ। ਸਾਹਿਬ ਅੱਗੇ ਨਿਤਾ ਪ੍ਰਤੀ ਅਰਦਾਸ ਕਰਦੇ ਰਿਹਾ ਕਰੋ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ।
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਦੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਘਰ ਵਰ ਪਾਇਆ ਆਪਣਾ, ਹਉਮੈ ਦੂਰ ਕਰੇ। ਨਾਨਕ ਸੁਭਾਵੰਤੀਆਂ ਸੁਹਾਗਣੀ, ਅਨ ਦਿਨ ਭਗਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।